ਜਿਹੜੇ ਵੀਰ ਆਪਾਂ ਨੂੰ ਦੇਖਦੇ ਨੇ ਕਿ ਖੁਸ਼ ਤੋਂ ਬਹੁਤ ਹੋ ਗਏ ਤੁਮ ਅੱਜ ਫਾਈਨਲੀ ਉਹਨਾਂ ਦੀ ਗੱਲ ਹੋ ਰਹੀ ਹੈ ਹਨਾ। ਮੈਨੂੰ ਲੱਗਦਾ ਆਪਾਂ ਨੂੰ ਵੀ ਨਾ ਆਲੇ ਦੁਆਲੇ ਸੁਣ ਕੇ ਹੁਣ ਜਿਵੇਂ ਆਦਤ ਜੀ ਹੋਈ ਪੈ ਗਈ ਵੀ ਸਿਰਫ ਬੀਬੀਆਂ ਹੀ ਮਜਲੂਮ ਹੋ ਸਕਦੇ ਜੇ ਉਹ ਮਾਪਿਓ ਨੂੰ ਜਾ ਕੇ ਕਹੂਗਾ ਵੀ ਤੁਸੀਂ ਥੋੜਾ ਜਿਹਾ ਐਡਜਸਟ ਕਰ ਲਓ ਵੀ ਮੈਂ ਆਪਣੀ ਘਰ ਵਾਲੀ ਨਾਲ ਰਹਿਣਾ ਚਾਹੁੰਦਾ ਤਾਂ ਫਿਰ ਉੱਥੇ ਮਾਪਿਓ ਕਹਿ ਦਿੰਦੇ ਨੇ ਤੂੰ ਜਨਾਨੀ ਥੱਲੇ ਲੱਗਿਆ ਹੋਇਆ। ਮਤਲਬ ਉਹ ਟੌਰਚਰ ਫੇਸ ਨਾ ਕਰਨ ਦਾ ਮਾਰਾ ਮੈਨੂੰ ਲੱਗਦਾ ਵੀ ਆਪਦੇ ਅੰਦਰ ਇੰਨਾ ਕੁਝ ਘੁੱਟ ਲੈਂਦਾ ਵੀ ਜਿਹੜਾ ਸ਼ਾਇਦ ਅਸੀਂ ਦੇਖ ਹੀ ਨਹੀਂ ਸਕਦੇ ਹੈਗੇ। ਸਾਡੇ ਕੋਲ ਤਾਂ ਇੰਨੀ ਫਰੀडम ਹੈਗੀ, ਅਸੀਂ ਕਹਿ ਸਕਦੇ ਹਾਂ ਕਿ ਕਿਸੇ ਸਟੇਜ ਤੇ ਜਾ ਕੇ ਵੀ ਹੁਣ ਨਹੀਂ ਮੈਂ ਜੌਬ ਕਰਨੀ ਹੈਗੀ ਜਾਂ ਹੁਣ ਮੈਨੂੰ ਮੇਰੇ ਲਈ ਟਾਈਮ ਚਾਹੀਦਾ, ਪਰ ਬੰਦਾ ਕਦੇ ਸਾਰੀ ਉਮਰ ਗੱਲ ਨਹੀਂ ਕਹਿ ਸਕਦਾ ਹੈਗਾ ਵੀ ਹੁਣ ਨਹੀਂ ਮੈਂ ਕੰਮ ਕਰਨਾ ਹੈਗਾ। ਕੀ ਅਸੀਂ ਅੱਜ ਦੀ ਸੁਸਾਇਟੀ ਦੇ ਵਿੱਚ ਇਸ ਚੀਜ਼ ਨੂੰ ਐਕਸੈਪਟੈਂਸ ਜਾਂ ਪ੍ਰਵਾਨਗੀ ਦੇ ਸਕਦੇ ਹਾਂ ਕਿ ਕੁੜੀ ਆ ਜਿਹੜੀ ਉਹ ਬਾਹਰ ਕੰਮ ਕਰ ਰਹੀ ਹੈ ਤੇ ਮੁੰਡਾ ਘਰੇ ਬੱਚੇ ਦੇਖ ਰਿਹਾ ਵਾ? ਜਨਾਨੀ ਸਾਰੀ ਉਮਰ ਬੰਦੇ ਦੀ ਕਮਾਈ ਖਾ ਸਕਦੀ ਆ ਹਨਾ, ਪਰ ਬੰਦਾ ਨਹੀਂ ਖਾ ਸਕਦਾ। ਅਗਲਾ ਕਹਿੰਦਾ ਵੀ ਠੀਕ ਆ ਭਾਈ, ਜ਼ਮੀਨ ਜਾਇਦਾਦ ਤਾਂ ਆਪਣੀ ਥਾਂ, ਅੱਜ ਕੱਲ ਖੇਤੀ ਚੋਂ ਕੀ ਬਚਦਾ ਵਾ, ਮੁੰਡਾ ਕਮਾਉਂਦਾ ਹੋਣਾ ਚਾਹੀਦਾ। ਹੁਣ ਕਮਾਈ ਵੀ ਉਹਦੀ ਉਹ ਹੋਣੀ ਚਾਹੀਦੀ ਆ ਜਿਹਦੇ ਚ ਅਗਲਾ ਕਹਿੰਦਾ ਵੀ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣ ਹਨਾ। ਪਿਓ ਉਹ ਵੀ ਹੁੰਦੇ ਨੇ ਜਿਹੜੇ ਕਰਜ਼ੇ ਚੁੱਕ ਕੇ ਧੀਆਂ ਨੂੰ ਵਿਆਹੁੰਦੇ ਆ ਵੀ ਉਹਨਾਂ ਦਾ ਘਰ ਸੁਖੀ ਵਸੇ। ਕਦੀ ਬਹੁਤ ਘੱਟ ਪਿਓ ਹੋਣਗੇ ਜਿਹੜੇ ਕਰਜ਼ਾ ਚੁੱਕ ਕੇ ਮੁੰਡਾ ਵਿਆਹੁੰਦੇ ਨੇ। ਤੁਸੀਂ ਕਿਸੇ ਦੀ ਵੀ ਬਰਾਬਰੀ ਕਰਕੇ ਜਾਂ ਉਹਦੇ ਵਰਗੇ ਹੋ ਕੇ ਰਿਸ਼ਤਾ ਨਹੀਂ ਨਿਭਾ ਸਕਦੇ। ਰਿਸ਼ਤੇ ਇਹੀ ਹੁੰਦੇ ਆ ਵੀ ਕਦੀ ਤੂੰ ਝੁਕ ਲਿਆ ਕਦੀ ਮੈਂ ਝੁਕ ਲਿਆ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ, ਤੁਸੀਂ ਬੀ ਸੋਸ਼ਲ ਵੇਖ ਰਹੇ ਹੋ। ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ। ਅੱਜ ਅਸੀਂ ਸਮਾਜ ਦੇ ਬਹੁਤ ਹੀ ਅਣਗੌਲੇ ਵਰਗ ਤੇ ਗੱਲ ਕਰਾਂਗੇ। ਹਮੇਸ਼ਾ ਸ਼ਿਕਾਇਤ ਹੁੰਦੀ ਹੈ ਕਿ ਤੁਸੀਂ ਕੁੜੀਆਂ ਦੀ, ਔਰਤਾਂ ਦੀ ਗੱਲ ਕਰਦੇ ਹੋ, ਤਾਂ ਅੱਜ ਅਸੀਂ ਮੁੰਡਿਆਂ ਦੀ ਜਾਂ ਫਿਰ ਬੰਦਿਆਂ ਦੀ ਗੱਲ ਕਰਾਂਗੇ ਵੀ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਕਿਵੇਂ ਦੇ ਪ੍ਰੈਸ਼ਰ ਹੁੰਦੇ ਨੇ, ਕਿਵੇਂ ਦੀਆਂ ਚੁਣੌਤੀਆਂ ਉਹਨਾਂ ਦੇ ਲਈ ਰਹਿੰਦੀਆਂ ਨੇ ਜਿਨ੍ਹਾਂ ਦੀ ਗੱਲ ਬਹੁਤ ਘੱਟ ਹੁੰਦੀ ਹੈ ਜਾਂ ਸਮਝਿਆ ਜਾਂਦਾ ਕਿ ਇਹ ਮੁੰਡਿਆਂ ਲਈ ਤਾਂ ਜ਼ਰੂਰੀ ਉਹ ਹੁੰਦਾ ਵੀ ਇਹ ਤਾਂ ਮੁੰਡਿਆਂ ਦਾ ਫਰਜ਼ ਹੀ ਹੁੰਦਾ ਹੈ ਨਾ। ਪਰ ਉਹ ਜਿਹੜੇ ਫਰਜ਼ ਨੇ, ਜ਼ਿੰਮੇਵਾਰੀਆਂ ਨੇ, ਉਹ ਉਹਨਾਂ 'ਤੇ ਕਿਹੋ ਜਿਹਾ ਪ੍ਰੈਸ਼ਰ ਬਣਾਉਂਦੀਆਂ ਨੇ। ਤਾਂ ਇਸ ਵਿਸ਼ੇ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਭੈਣ ਰੁਪਿੰਦਰ ਸੰਧੂ ਉਹਨਾਂ ਦਾ ਸਵਾਗਤ ਕਰਦੇ ਹਾਂ। ਭੈਣੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਚਾਲ ਹੈ? ਬਹੁਤ ਵਧੀਆ, ਠੀਕ ਠਾਕ। ਤੁਸੀਂ ਠੀਕ ਠਾਕ ਹੋ? ਬਿਲਕੁਲ। ਅੱਜ ਮੇਰਾ ਜੀ ਕਰਦਾ ਵੀ ਜਿਹੜੇ ਵੀਰ ਆਪਾਂ ਨੂੰ ਦੇਖਦੇ ਨੇ ਕਿ ਖੁਸ਼ ਤੋਂ ਬਹੁਤ ਹੋ ਗਏ ਤੁਮ ਬਿਲਕੁਲ ਅੱਜ ਫਾਈਨਲੀ ਉਹਨਾਂ ਦੀ ਗੱਲ ਹੋ ਰਹੀ ਹੈ ਹਨਾ। ਵੈਸੇ ਆਪਾਂ ਨੂੰ ਵੀ ਹੁਣ ਤੱਕ ਕਦੇ ਲੱਗਿਆ ਹੀ ਨਹੀਂ ਹਨਾ ਵੀ ਉਹਨਾਂ ਦੀ ਗੱਲ ਕਰੀਏ। ਵੈਸੇ ਜ਼ਰੂਰੀ ਤਾਂ ਬਹੁਤ ਸੀਗਾ ਕਿਉਂਕਿ ਆਪਾਂ ਜਦੋਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਤਾਂ ਆਪਣੇ ਲਈ ਤਾਂ ਬੀਬੀਆਂ ਤੇ ਆਪਣੇ ਬੰਦੇ ਇੱਕੋ ਜਿਹੇ ਹੋਣੇ ਚਾਹੀਦੇ ਨੇ ਹਨਾ। ਆਪਾਂ ਕਦੇ ਉਹਨਾਂ ਦੀਆਂ ਮੁਸ਼ਕਲਾਂ ਦੀ ਗੱਲ ਹੀ ਨਹੀਂ ਕਰਦੇ। ਮੈਨੂੰ ਲੱਗਦਾ ਆਪਾਂ ਨੂੰ ਵੀ ਨਾ ਆਲੇ ਦੁਆਲੇ ਸੁਣ ਕੇ ਹੁਣ ਜਿਵੇਂ ਆਦਤ ਜੀ ਹੋਈ ਪੈ ਗਈ ਵੀ ਸਿਰਫ ਆਪਾਂ ਬੀਬੀਆਂ ਹੀ ਮਜਲੂਮ ਹੋ ਸਕਦੇ ਹੈ ਨਾ। ਜਦ ਕਿ ਮੈਨੂੰ ਲੱਗਦਾ ਵੀ ਚੁਣੌਤੀਆਂ ਸੱਚੀ ਸਾਰਿਆਂ ਦੀਆਂ ਇੱਕੋ ਜਿਹੀਆਂ ਹੁੰਦੀਆਂ ਨੇ। ਹਾਂ, ਸਾਡੀਆਂ ਥੋੜ੍ਹੀਆਂ ਵੱਧ ਹੋ ਸਕਦੀਆਂ ਨੇ, ਪਰ ਉਸ ਵਾਧੇ ਦੇ ਚੱਕਰ 'ਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀਆਂ ਬਿਲਕੁਲ ਹੀ ਨਹੀਂ ਹੈਗੀਆਂ। ਪਰ ਮੈਨੂੰ ਲੱਗਦਾ ਵੀ ਹੋ ਸਕਦਾ ਆਪਣੀ ਲਾਈਫ ਦੀਆਂ ਐਡਜਸਟਮੈਂਟ ਹੋਰ ਹੋਣ ਹੈ ਨਾ। ਆਪਾਂ ਨੂੰ ਲੱਗਦਾ ਹੁੰਦਾ, ਆਪਾਂ ਨੂੰ ਸਭ ਤੋਂ ਵੱਡੀ ਐਡਜਸਟਮੈਂਟ ਆਪਣੀ ਇਹ ਲੱਗਦੀ ਹੁੰਦੀ ਹੈ ਕਿ ਅਸੀਂ ਆਪਦਾ ਘਰ ਛੱਡ ਕੇ ਕਿਸੇ ਦੇ ਘਰੇ ਜਾ ਕੇ ਰਹਿੰਦੇ ਹਾਂ ਨਾ। ਚਲੋ ਕਿਸੇ ਦੇ ਨਹੀਂ, ਚਲੋ ਸਹੁਰੇ ਪਰਿਵਾਰ 'ਚ ਰਹਿੰਦੇ ਹਾਂ ਆਪਣੇ ਜਾ ਕੇ, ਵੀ ਸਾਨੂੰ ਐਡਜਸਟ ਕਰਨਾ ਪੈਂਦਾ। ਆਪਾਂ ਨੂੰ ਉਹ ਚੀਜ਼ ਲੱਗਦੀ ਹੈ ਵੀ ਮੇਰੀ ਲਾਈਫ ਦਾ ਸਭ ਤੋਂ ਵੱਡਾ ਟੌਪਿਕ ਆ ਹੈ ਨਾ। ਅਤੇ ਹੋ ਸਕਦਾ ਵੀ ਜਿਹੜੇ ਬੰਦੇ ਨੇ ਉਹਨਾਂ ਦੀਆਂ ਆਪਣੀਆਂ ਐਡਜਸਟਮੈਂਟਸ ਹੋਣ ਹੈ ਨਾ। ਬਿਲਕੁਲ ਗੁਰਦੀਪ, ਮੈਨੂੰ ਤਾਂ ਲੱਗਦਾ ਵੀ ਵਿਆਹ ਤੋਂ ਪਹਿਲਾਂ ਹੀ ਬਹੁਤ ਕੁਛ ਆ ਬੰਦੇ ਦੀ ਜ਼ਿੰਦਗੀ 'ਚ ਜਿਹੜਾ ਉਹਨੂੰ ਮੈਨੂੰ ਲੱਗਦਾ ਇਹ ਸਤਾਉਂਦਾ ਰਹਿੰਦਾ ਹੋਣਾ ਇੱਕ ਤਰ੍ਹਾਂ ਨਾਲ ਹੈ ਨਾ। ਜਿਵੇਂ ਕੁੜੀ ਜਦੋਂ ਅਸੀਂ ਦੇਖਣ ਜਾਂਦੇ ਹਾਂ ਤਾਂ ਜਿਹੜੀਆਂ ਚੀਜ਼ਾਂ ਅਸੀਂ ਉਹਦੇ 'ਚੋਂ ਭਾਲਦੇ ਹਾਂ ਉਹਦੇ 'ਚ ਇੱਕ ਅੱਧੀ ਐਡਜਸਟਮੈਂਟ ਅਸੀਂ ਕਰ ਸਕਦੇ ਹਾਂ। ਵੀ ਮੰਨ ਲਓ ਤੁਸੀਂ ਕੁੜੀ ਵੇਖਣ ਗਏ ਕਿਸੇ ਮੁੰਡੇ ਲਈ ਹੈ ਨਾ, ਤੁਸੀਂ ਕਹੋਗੇ ਵੀ ਚੱਲ ਜੇ ਪੜ੍ਹੀ ਲਿਖੀ ਆ ਤਾਂ ਜੋਬ ਨਹੀਂ ਕਰਦੀ ਤਾਂ ਕੋਈ ਗੱਲ ਨਹੀਂ, ਕੱਲ੍ਹ ਨੂੰ ਇਹਨੂੰ ਨੌਕਰੀ ਮਿਲ ਜੂਗੀ। ਜੇ ਨੌਕਰੀ ਕਰਦੀ ਆ ਤਾਂ ਕੋਈ ਹੋਰ ਗੁਣ ਨਹੀਂ ਹੈਗਾ ਤਾਂ ਆਪਾਂ ਕਹਿੰਦੇ ਵੀ ਚਲੋ ਨੌਕਰੀ ਬਹੁਤ ਵੱਡਾ ਗੁਣ ਆ। ਪਰ ਕਦੀ ਐਂ ਦੇਖਿਆ ਵੀ ਜਦੋਂ ਕੋਈ ਮੁੰਡਾ ਦੇਖਣ ਜਾਂਦਾ ਤਾਂ ਉਹਦੇ ਵਿੱਚ ਇੱਕ ਅੱਧੀ ਕਮੀ ਹੋਵੇ ਵੀ ਅਗਲਾ ਕਹੇ ਅੱਛਾ ਜ਼ਮੀਨ ਨਹੀਂ ਹੈਗੀ ਤਾਂ ਨੌਕਰੀ ਕਰਦਾ, ਚਲੋ ਜੇ ਨੌਕਰੀ ਕਰਦਾ ਤਾਂ ਹੋਰ ਕੋਈ ਚੀਜ਼ ਆ ਜਿਹੜੀ ਉਹਦੇ 'ਚ ਨਹੀਂ ਹੈਗੀ ਤਾਂ ਉਹ ਅਸੀਂ ਹੈ ਨਾ ਐਡਜਸਟ ਕਰ ਲਈਏ। ਤਾਂ ਮੈਨੂੰ ਲੱਗਦਾ ਉਹਨੂੰ ਤਾਂ ਅਸੀਂ ਸਾਰੇ ਪਾਸਿਓਂ ਤੋਲਦੇ ਹਾਂ। ਸਾਨੂੰ ਉਹਦੇ 'ਚ ਚੰਗੀ ਨੌਕਰੀ ਵੀ ਚਾਹੀਦੀ ਹੁੰਦੀ ਆ, ਚੰਗੀ ਜਾਇਦਾਦ ਵੀ ਚਾਹੀਦੀ ਆ ਉਹਦੇ ਨਾਲ, ਫਿਰ ਉਹਦੇ ਗੁਣ ਵੀ ਸਾਰੇ ਚੰਗੇ ਚਾਹੀਦੇ ਨੇ ਹੈ ਨਾ। ਤਾਂ ਮੈਨੂੰ ਲੱਗਦਾ ਉਹਦੇ ਲਈ ਹਰੇਕ ਚੀਜ਼ ਜ਼ਿਆਦਾ ਵੱਡਾ ਇਮਤਿਹਾਨ ਹੁੰਦਾ ਸਾਡੇ ਕੁੜੀਆਂ ਨਾਲੋਂ ਹੈ ਨਾ। ਪਹਿਲੀ ਸਟੇਜ 'ਤੇ ਤਾਂ ਇਹ ਚੀਜ਼ ਆ। ਫਿਰ ਉਸ ਤੋਂ ਬਾਅਦ ਵਾਲਾ ਜਿਵੇਂ ਹੁਣ ਤੁਹਾਡਾ ਵੀ ਤਜਰਬਾ ਹੋ ਗਿਆ, ਮੇਰਾ ਵੀ ਬਹੁਤ ਹੋ ਗਿਆ ਜ਼ਿੰਦਗੀ ਦਾ, ਵੀ
ਜਦੋਂ ਵਿਆਹ ਹੋ ਜਾਂਦਾ ਤਾਂ ਆਪਾਂ ਤਾਂ ਚਲੋ ਇੱਕ ਨਵੇਂ ਘਰ 'ਚ ਜਾਂਦੇ ਹਾਂ, ਅਸੀਂ ਉੱਥੇ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਹੁੰਦਾ, ਪਰ ਜਦੋਂ ਕੁੜੀ ਕਿਸੇ ਨਵੇਂ ਘਰ 'ਚ ਆਉਂਦੀ ਆ, ਉਹਨੂੰ ਸਭ ਤੋਂ ਜ਼ਿਆਦਾ ਉਮੀਦ ਕਿਹਦੇ ਤੋਂ ਹੁੰਦੀ ਆ? ਆਪਣੇ ਘਰ ਵਾਲੇ ਤੋਂ ਹੁੰਦੀ ਆ, ਵੀ ਉਹ ਮੈਨੂੰ ਸਭ ਤੋਂ ਜ਼ਿਆਦਾ ਟਾਈਮ ਅਤੇ ਸਭ ਤੋਂ ਜ਼ਿਆਦਾ ਪਿਆਰ ਉਹਦੇ ਵੱਲੋਂ ਮੈਨੂੰ ਮਿਲਣਾ ਚਾਹੀਦਾ ਹੈ ਨਾ। ਫਿਰ ਜਦੋਂ ਉਹ ਸਾਰਾ ਸਮਾਂ ਜਾਂ ਉਹ ਸਾਰਾ ਮੋਹ ਆ ਜਿਹੜਾ ਉਹਦੇ ਪਹਿਲੇ ਪਰਿਵਾਰ ਨਾਲ ਹੁੰਦਾ, ਉਹਦੇ 'ਚੋਂ ਕੱਢ ਕੇ ਥੋੜ੍ਹਾ ਜਿਹਾ ਉਹਨੂੰ ਦਿੰਦਾ, ਤਾਂ ਚਾਹੇ ਆਪਾਂ ਕਹੀਏ ਵੀ ਕੋਈ ਕਹਿੰਦਾ ਨਹੀਂ, ਇਹ ਅਣਦੇਖੀ ਚੀਜ਼ ਹੋ ਸਕਦੀ ਆ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਪਰਿਵਾਰ ਨੂੰ ਜਿਹੜੀ ਛੋਟੀ ਛੋਟੀ ਸਮੱਸਿਆ ਉਸ ਚੀਜ਼ ਤੋਂ ਹੋਣ ਲੱਗ ਜਾਂਦੀ ਹੈ, ਤਾਂ ਉਹਨੂੰ ਉਹ ਵੀ ਹੈਂਡਲ ਕਰਨੀ ਪੈਂਦੀ ਹੈ। ਹਾਂ, ਮੈਂ ਕਿਹਾ ਦੇਖੋ ਆਪਣੇ ਲਈ ਕੁੜੀਆਂ ਲਈ ਵਿਆਹ ਇੱਕ ਚਾਅ ਹੁੰਦਾ ਹੈ ਨਾ, ਵੀ ਮੈਂ ਵਿਆਹ ਕਰਾਉਣਾ ਹੈ ਨਾ, ਮੇਰੇ ਨਵੇਂ ਰਿਸ਼ਤੇ ਬਣਨਗੇ ਹੈ ਨਾ। ਬਹੁਤੀ ਛੋਟੀ ਉਮਰ 'ਚ ਤਾਂ ਆਪਾਂ ਨੂੰ ਇਹ ਵੀ ਬਸ ਚਾਅ ਹੁੰਦਾ ਕਿ ਨਵੇਂ ਕੱਪੜੇ ਮਿਲਣਗੇ ਹੈ ਨਾ, ਜਾਂ ਬਹੁਤ ਸਾਰੀਆਂ ਸਾਨੂੰ ਨਵੀਆਂ ਚੀਜ਼ਾਂ ਮਿਲਣਗੀਆਂ। ਪਰ ਦੇਖੋ ਇੱਕ ਮੁੰਡੇ 'ਤੇ ਇਹ ਵੀ ਪ੍ਰੈਸ਼ਰ ਹੁੰਦਾ ਕਿ ਵਿਆਹ ਤੋਂ ਪਹਿਲਾਂ ਉਹ ਸੈਟਲ ਹੋਣਾ ਚਾਹੀਦਾ ਹੈ ਨਾ, ਉਹਦੇ ਕੋਲੇ ਵਧੀਆ, ਜਿਵੇਂ ਤੁਸੀਂ ਗੱਲ ਕਰ ਹੀ ਰਹੇ ਸੀਗੇ ਵੀ ਪਹਿਲੀ ਗੱਲ ਤਾਂ ਉਹਨੂੰ ਹੁੰਦਾ ਕਿ ਮੈਂ ਟਾਈਮ ਦੇ ਨਾਲ ਆਪਦਾ ਘਰ-ਬਾਰ ਬਣਾ ਲਵਾਂ ਹੈ ਨਾ, ਕਿਉਂਕਿ ਅੱਜ ਕੱਲ੍ਹ ਚਾਹੇ ਕਿਸੇ ਕੋਲੇ ਜ਼ਮੀਨ ਜਾਇਦਾਦ ਬਹੁਤ ਵੱਡੀ ਹੈ ਚਾਹੇ ਨਹੀਂ ਹੈ, ਚਾਹੇ ਕੁੜੀ ਵਾਲਿਆਂ ਦਾ ਆਪਣਾ ਘਰ ਭਾਵੇਂ ਠੀਕ ਆ, ਪਰ ਜਦੋਂ ਗਾਂਹ ਅਗਲਿਆਂ ਨੇ ਧੀ ਤੋਰਨੀ ਹੁੰਦੀ ਤਾਂ ਅਗਲਾ ਮੂਹਰੇ ਵਾਲਾ ਘਰ ਜ਼ਰੂਰ ਦੇਖਦਾ ਵਾ ਹੈ ਨਾ। ਸੋ ਉਹਦੇ 'ਤੇ 20 ਸਾਲ ਦੀ ਉਮਰ ਤੋਂ ਬਾਅਦ ਮੈਨੂੰ ਲੱਗਦਾ ਇਹ ਵੀ ਪ੍ਰੈਸ਼ਰ ਹੋਣ ਲੱਗ ਜਾਂਦਾ ਕਿ ਮੈਂ ਆਪਦਾ ਘਰ-ਬਾਰ ਬਣਾਉਣਾ। ਬਹੁਤ ਇੱਦਾਂ ਦੇ ਘੱਟ ਮੁੰਡੇ ਹੋਣਗੇ ਜਿਨ੍ਹਾਂ ਨੂੰ ਬਣਿਆ ਬਣਾਇਆ ਮਿਲ ਜਾਂਦਾ ਹੈ ਨਾ, ਬਹੁਤਿਆਂ ਨੂੰ ਬਣਾਉਣਾ ਪੈਂਦਾ ਆ। ਆਪਣੀ ਮੀਡੀਓਕਰ ਕਲਾਸ ਦੀ ਜੇ ਮੈਂ ਗੱਲ ਕਰਾਂ, ਫਿਰ ਉਹਨੂੰ ਇਹ ਹੁੰਦਾ ਕਿ ਮੇਰੇ ਘਰੇ ਆਵਾਜਾਈ ਦੀ ਹਰ ਉਹ ਸਹੂਲਤ ਹੋਵੇ ਕਿ ਮੈਨੂੰ ਵਿਆਹ ਤੋਂ ਬਾਅਦ ਕਿਸੇ ਤੋਂ ਕੁਝ ਸੁਣਨਾ ਨਾ ਪਵੇ ਹੈ ਨਾ। ਇੱਕ ਤਾਂ ਹੁੰਦਾ ਉਹਨੂੰ ਚਲੋ ਘਰ ਬਣਾਓ, ਦੂਸਰਾ ਉਹਨੂੰ ਇਹ ਹੁੰਦਾ ਕਿ ਮੇਰੇ ਘਰੇ ਗੱਡੀ ਹੋਵੇ ਜ਼ਰੂਰ, ਭਾਵੇਂ ਛੋਟੀ ਆ ਵੱਡੀ ਆ, ਪਰ ਹੋਣੀ ਜ਼ਰੂਰ ਚਾਹੀਦੀ ਹੈ ਨਾ। ਤੀਜਾ ਫਿਰ ਇਹ ਹੁੰਦਾ, ਅਗਲਾ ਕਹਿੰਦਾ ਵੀ ਠੀਕ ਆ ਭਾਈ, ਜ਼ਮੀਨ ਜਾਇਦਾਦ ਤਾਂ ਆਪਣੀ ਥਾਂ, ਅੱਜ ਕੱਲ੍ਹ ਖੇਤੀ 'ਚੋਂ ਕੀ ਬਚਦਾ ਵਾ, ਮੁੰਡਾ ਕਮਾਉਂਦਾ ਹੋਣਾ ਚਾਹੀਦਾ। ਹੁਣ ਕਮਾਈ ਵੀ ਉਹਦੀ ਉਹ ਹੋਣੀ ਚਾਹੀਦੀ ਆ ਜਿਹਦੇ 'ਚ ਅਗਲਾ ਕਹਿੰਦਾ ਵੀ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣ ਹੈ ਨਾ। ਸੋ ਉਹਦੇ 'ਤੇ ਇਹ ਵੀ ਪ੍ਰੈਸ਼ਰ ਰਹਿੰਦਾ ਕਿ ਵਿਆਹ ਤੋਂ ਪਹਿਲਾਂ ਮੇਰੇ ਕੋਲੇ ਇੱਕ ਚੰਗੀ ਜੌਬ ਹੋਣੀ ਬਹੁਤ ਜ਼ਰੂਰੀ ਆ ਹੈ ਨਾ, ਉਹ ਵੀ ਉਹਦੇ 'ਤੇ ਪ੍ਰੈਸ਼ਰ ਰਹਿੰਦਾ ਆ। ਫਿਰ ਸਾਰੀਆਂ ਚੀਜ਼ਾਂ ਤੋਂ ਬਾਅਦ ਮਤਲਬ ਐਕਡੈਮਿਕ ਕੁਆਲੀਫਿਕੇਸ਼ਨ ਸਾਰੀਆਂ ਉਹ ਚੀਜ਼ਾਂ ਦਾ 20 ਸਾਲ ਦੀ ਉਮਰ ਤੋਂ ਬਾਅਦ ਉਹਦੇ 'ਤੇ ਪ੍ਰੈਸ਼ਰ ਆਉਣਾ ਸ਼ੁਰੂ ਹੋ ਜਾਂਦਾ ਆ ਹੈ ਨਾ, ਜਿਹਦਾ ਕਿ ਮੈਨੂੰ ਲੱਗਦਾ ਸ਼ਾਇਦ ਕੋਈ ਨਹੀਂ ਜ਼ਿਕਰ ਕਰਦਾ ਹੈਗਾ। ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਨਹੀਂ, ਮੁੰਡੇ ਵਾਸਤੇ ਤਾਂ ਪਰਿਵਾਰ ਵਾਲੇ ਨੇ ਪਹਿਲਾਂ ਹੀ ਸਾਰਾ ਕੁਝ ਬਣਾਇਆ ਹੁੰਦਾ ਆ ਹੈ ਨਾ, ਪਰ ਅੱਜ ਦਾ ਟਾਈਮ ਮੈਨੂੰ ਲੱਗਦਾ ਉਹ ਨਹੀਂ ਰਿਹਾ ਹੈਗਾ। ਅੱਜ ਦੇ ਟਾਈਮ 'ਚ ਹਰ ਮੁੰਡਾ ਇਹ ਸੋਚਦਾ ਕਿ ਮੈਂ ਆਪਦੇ ਵਿਆਹ ਤੋਂ ਪਹਿਲਾਂ ਆਪਦੇ ਪੈਰਾਂ ਸਿਰ ਹੋ ਜਾਵਾਂ ਹੈ ਨਾ। ਤਾਂ ਉਹ ਪ੍ਰੈਸ਼ਰ ਹੈ ਜਿਹੜਾ ਕਿਤੇ ਨਾ ਕਿਤੇ, ਜਿਵੇਂ ਆਪਾਂ ਵੀ ਗੱਲ ਕਰਦੇ ਹਾਂ ਆਪਣੀ ਟੀਮ 'ਚ ਜਿੰਨੇ ਨਿਆਣੇ ਮੁੰਡੇ ਨੇਗੇ ਹੈ ਨਾ, ਤਾਂ ਉਹ ਵੀ ਇੱਕ ਗੱਲ ਕਰਦੇ ਹੁੰਦੇ ਨੇ ਕਿ ਨਹੀਂ ਦੇਖੋ ਹੁਣ ਮੇਰੀ ਆਹ ਉਮਰ ਹੋ ਗਈ, 4 ਸਾਲਾਂ ਨੂੰ ਮੇਰਾ ਵਿਆਹ ਹੋ ਜਾਣਾ, ਹਜੇ ਮੈਂ ਆਹ ਵੀ ਕਰਨਾ, ਹਜੇ ਮੈਂ ਆਹ ਵੀ ਕਰਨਾ ਹੈ ਨਾ। ਸੋ ਉਹਨਾਂ 'ਤੇ ਵੀ ਬਹੁਤ ਪ੍ਰੈਸ਼ਰ ਹੁੰਦਾ ਆ। ਬਿਲਕੁਲ, ਮੈਂ ਤੁਹਾਡੀ ਗੱਲ ਵਿੱਚ ਕੱਟਣ ਲੱਗੀ ਸੀ, ਫਿਰ ਮੈਂ ਸੋਚਿਆ ਚਲ ਬਾਅਦ 'ਚ ਹੀ ਕਰੂੰਗੀ। ਦੇਖੋ ਕਈ ਘਰਾਂ 'ਚ ਤੁਸੀਂ ਦੇਖਿਆ ਵੀ ਸਾਰਾ ਟੱਬਰ ਹੁੰਦਾ ਹੈ ਨਾ, ਇੱਕ ਮੋਟਰਸਾਈਕਲ ਹੁੰਦਾ, ਉਹ ਸਾਰਾ ਟੱਬਰ ਉਹਦੇ 'ਤੇ ਹੀ ਜਾ ਰਿਹਾ ਹੁੰਦਾ ਵਾਰੀ ਜਿੱਥੇ ਕਿਤੇ ਤੁਹਾਨੂੰ। ਅਤੇ ਜਦੋਂ ਕਿਸੇ ਦੇ ਘਰ 'ਚ ਇਹ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਹੁਣ ਮੁੰਡੇ ਦਾ ਵਿਆਹ ਹੈ, ਸਿਰਫ ਇੱਕ ਕੁੜੀ ਨੇ ਆਉਣਾ ਹੁੰਦਾ ਬਾਹਰੋਂ, ਅਤੇ ਫਿਰ ਉਹਦੇ ਲਈ ਅਸੀਂ ਕਾਰ ਖਰੀਦਦੇ ਹਾਂ ਨਾ, ਮਤਲਬ ਜਿਵੇਂ ਤੁਸੀਂ ਕਿਹਾ ਛੋਟੀ ਹੋਵੇ ਵੱਡੀ ਕਾਰ ਹੋਣੀ ਚਾਹੀਦੀ ਆ। ਤਾਂ ਉਹ ਜਿਵੇਂ ਮਤਲਬ ਵੀ ਜੇ ਸਾਰਾ ਟੱਬਰ ਇੱਕ ਮੋਟਰਸਾਈਕਲ 'ਤੇ ਐਡਜਸਟ ਕਰ ਸਕਦਾ, ਤਾਂ ਫਿਰ ਇੱਕ ਨਵੇਂ ਜੀਅ ਲਈ ਅਸੀਂ ਕਿੰਨਾ ਉਚੇਚ ਕਰਦੇ ਹਾਂ ਨਾ। ਹਾਂ, ਕਿਉਂਕਿ ਗਾਹਾਂ ਫਿਰ ਅਗਲੇ ਦੀ ਵੀ ਇੱਜ਼ਤ ਬਣਨੀ ਹੁੰਦੀ ਹੈ ਨਾ। ਸਹੁਰੇ ਅਗਲਾ ਕਹਿੰਦਾ ਮੈਨੂੰ ਸਹੁਰੇ ਵਾਲੇ ਕੀ ਕਹਿਣਗੇ। ਬਿਲਕੁਲ, ਔਰ ਮੈਨੂੰ ਲੱਗਦਾ ਵੀ ਇਸ ਪੁਆਇੰਟ 'ਤੇ ਨਾ ਆਪਾਂ ਕੁੜੀਆਂ ਉਸ ਬੰਦੇ ਦੀ ਪ੍ਰਸ਼ੰਸਾ ਕਰਨੀ ਬਣਦੀ ਆ ਵੀ ਉਹਨੇ ਸਾਡੇ ਆਉਣ ਤੋਂ ਪਹਿਲਾਂ ਕਿੰਨੀਆਂ ਇਹੋ ਜਿਹੀਆਂ ਸਾਡੀਆਂ ਅਣਦੇਖੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਦੇਖੀਆਂ ਨਹੀਂ, ਵੀ ਉਹਨਾਂ ਨੇ ਪਹਿਲਾਂ ਸਾਡੇ ਲਈ ਕਰਕੇ ਰੱਖੀਆਂ ਹੈ ਨਾ। ਬਹੁਤ ਸਾਰੇ ਪਰਿਵਾਰਾਂ 'ਚ ਇਹ ਹੁੰਦਾ ਵੀ ਲੋਕ ਕਮਰੇ 'ਚ ਮੁੰਡਾ ਸਾਰੀ ਉਮਰ ਕੂਲਰ 'ਚ ਕੱਢ ਦੂ, ਪਰ ਵਿਆਹ ਤੋਂ ਪਹਿਲਾਂ ਏਸੀ ਲਵਾਉਣਗੇ ਹੈ ਨਾ। ਮਤਲਬ ਸੱਚੀ ਇਹ ਬਹੁਤ ਵੱਡੇ ਪ੍ਰੈਸ਼ਰ ਹੁੰਦੇ ਆ ਵੀ ਤੁਸੀਂ ਪਹਿਲਾਂ ਤੋਂ ਹੀ ਮਤਲਬ ਇੱਕ ਖਰਚਾ ਜਿਹੜਾ ਉਹ ਮੁੰਡੇ ਦੇ ਉੱਤੇ ਹੁੰਦਾ ਵੀ ਹਾਂ ਇਹ ਮੈਂ ਆ ਵੀ ਕਰਕੇ ਰੱਖਣਾ, ਉਸ ਤੋਂ ਪਹਿਲਾਂ ਮੈਂ ਆ ਵੀ ਕਰਕੇ ਰੱਖਣਾ ਹੈ ਨਾ। ਅਤੇ ਫਿਰ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਬਹੁਤ ਸਾਰੇ ਪ੍ਰੈਸ਼ਰ ਇਹੋ ਜਿਹੇ ਹੁੰਦੇ ਆ ਵੀ ਇੱਕ ਨਵਾਂ ਜੀਅ ਘਰ 'ਚ ਆਉਂਦਾ, ਉਹਨੇ ਥੋੜ੍ਹਾ ਜਿਹਾ ਉਹਦੇ ਮੁਤਾਬਕ ਢਲਣਾ ਹੁੰਦਾ, ਥੋੜ੍ਹਾ ਜਿਹਾ ਉਹਨੇ ਜਿਵੇਂ ਦਾ ਉਹ ਪਹਿਲਾਂ ਹੈ ਉਹਨੂੰ ਉਹ ਵੀ ਰਹਿਣਾ ਪੈਂਦਾ ਹੈ ਨਾ। ਅਤੇ ਜਿੱਥੇ ਇਹ ਚੀਜ਼ਾਂ ਮੁੰਡੇ ਤੋਂ ਵਿਚਾਰੇ ਤੋਂ ਨਹੀਂ ਕਰ ਹੁੰਦੀਆਂ, ਕਈ ਵਾਰੀ ਚਲੋ ਇਹ ਹੁੰਦਾ ਵੀ ਉਹ ਜ਼ਿਆਦਾ ਝੁਕਾਅ ਉਹਦਾ ਮਾਂ ਪਿਓ ਵੱਲ ਹੀ ਰਹਿੰਦਾ, ਜਾਂ ਫਿਰ ਥੋੜ੍ਹਾ ਜਿਹਾ ਵੱਧ ਉਹਦਾ ਘਰ ਵਾਲੀ ਵੱਲ ਹੋ ਗਿਆ, ਫਿਰ ਜਿਹੜੇ ਪੁੜਾਂ 'ਚੋਂ ਪਿਸਦਾ ਉਹ ਮੈਨੂੰ ਲੱਗਦਾ ਵੀ ਆਪਾਂ ਬਹੁਤ ਸਾਰੇ ਲੋਕਾਂ ਦੀ ਕਹਾਣੀ ਸੁਣੀ ਆ। ਹਾਂ, ਆਪਾਂ ਨਾ ਹਮੇਸ਼ਾ ਆਪਾਂ ਇਹੀ ਗੱਲ ਕਰਦੇ ਹਾਂ ਵੀ ਨਹੀਂ, ਕੁੜੀਆਂ ਦੇ ਲਈ ਬਹੁਤ ਚੈਲੰਜਸ ਹੋ ਜਾਂਦੇ ਨੇ, ਉਹਨਾਂ ਵਿਆਹ ਤੋਂ ਬਾਅਦ ਉਹਨਾਂ ਦੀ ਲਾਈਫ ਬਹੁਤ ਬਦਲ ਜਾਂਦੀ ਹੈ ਨਾ। ਪਰ ਜੇ ਆਪਾਂ ਦੇਖੀਏ ਕਿਤੇ ਨਾ ਕਿਤੇ ਮੁੰਡੇ ਦੀ ਵੀ ਬਦਲਦੀ ਆ। ਆਪਾਂ ਇੱਕ ਲਾਈਫ ਕੋਚ ਨੇ ਸਿਮਰਨ, ਉਹਨਾਂ ਦੇ ਨਾਲ ਗੱਲ ਕਰ ਰਹੇ ਸੀਗੇ ਵੀ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਜਦੋਂ ਤੁਹਾਡੇ ਕੋਲੇ ਟੁੱਟਦੇ ਵਿਆਹ ਦੇ
ਕੇਸਿਸ ਆਉਂਦੇ ਨੇ ਫਿਰ ਤੁਸੀਂ ਕੀ ਕਰਦੇ ਹੋ, ਜਾਂ ਉਹਨਾਂ ਕੇਸਿਸ ਦੇ ਵਿੱਚ ਤੁਸੀਂ ਕੀ ਆਬਜ਼ਰਵ ਕਰਦੇ ਹੋ? ਕਹਿੰਦੇ ਮੈਂ ਉਹਨਾਂ ਕੇਸਿਸ ਦੇ ਵਿੱਚ ਇੱਕ ਚੀਜ਼ ਬਹੁਤ ਆਬਜ਼ਰਵ ਕੀਤੀ ਹੈ ਵੀ ਹਰ ਕੇਸ ਦੇ ਵਿੱਚ ਮੁੰਡੇ ਨੂੰ ਬਹੁਤ ਸਹਿਣਾ ਪੈਂਦਾ। ਮੈਂ ਕਿਹਾ ਉਹ ਕਿੱਦਾਂ? ਕਿਉਂਕਿ ਕਹਿੰਦੇ ਨਾ ਉਹ ਉਹਦੀ ਮਾਂ ਦੀ ਸਾਈਡ ਲੈ ਸਕਦਾ ਜਾਂ ਉਹਦੀ ਭੈਣ ਦੀ ਸਾਈਡ ਲੈ ਸਕਦਾ, ਨਾ ਉਹ ਘਰ ਵਾਲੀ ਦੀ ਸਾਈਡ ਲੈਂਦਾ ਹੈ ਨਾ ਲੈ ਸਕਦਾ। ਕਹਿੰਦੇ ਉਹ ਮਤਲਬ ਉਹ ਬੈਲੈਂਸ ਕਰਨ ਦੇ ਚੱਕਰ 'ਚ ਹੀ ਕਹਿੰਦੇ ਉਹਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਆ ਹੈ ਨਾ, ਵੀ ਮੇਰੇ ਘਰੇ ਸਭ ਕੁਝ ਠੀਕ ਰਵੇ, ਵਾਈਫ ਨੂੰ ਉਹਦੀ ਥਾਂ ਮਿਲੇ, ਮਾਂ ਨੂੰ ਜਾਂ ਭੈਣ ਨੂੰ ਉਹਦੀ ਥਾਂ ਮਿਲੇ ਹੈ ਨਾ। ਉਹ ਕਹਿੰਦੇ ਪਰ ਜਿਹੜਾ ਬੈਲੈਂਸ ਕਰਨ ਵਾਲਾ ਉਹਦਾ ਮਤਲਬ ਹੈਗਾ ਨਾ ਟਾਈਮ ਵਿੱਚ ਹਰ ਇੱਕ ਚੀਜ਼ 'ਚ ਉਹਨੂੰ ਆਉਂਦਾ ਇਹਨੂੰ ਵੀ ਖੁਸ਼ ਰਵੇ, ਇਹ ਵੀ ਖੁਸ਼ ਰਵੇ। ਕਹਿੰਦੇ ਉਸ ਚੀਜ਼ ਦੇ ਵਿੱਚੋਂ ਮੈਂਟਲੀ ਬਹੁਤ ਜ਼ਿਆਦਾ ਟੌਰਚਰ ਹੁੰਦਾ ਆ ਹੈ ਨਾ, ਫਰਸਟ੍ਰੇਸ਼ਨ ਕਹਿੰਦੇ ਉਹਦੀ ਇਹ ਬਣ ਜਾਂਦੀ ਆ। ਫਿਰ ਐਂਡ ਤੇ ਕੀ ਹੁੰਦਾ ਕਿ ਉਹ ਸਾਰੀਆਂ ਚੀਜ਼ਾਂ ਤੋਂ ਹੀ ਦੂਰ ਹੋ ਜਾਂਦਾ ਵਾ ਹੈ ਨਾ। ਗੁਰਦੀਪ ਵੀ ਤੁਹਾਡੀ ਗੱਲ ਬਿਲਕੁਲ ਸੱਚੀ ਆ ਵੀ ਮੁੰਡਿਆਂ ਲਈ ਇਹ ਚੀਜ਼ਾਂ ਜ਼ਿਆਦਾ ਮਤਲਬ ਔਖੀਆਂ ਹੋ ਜਾਂਦੀਆਂ ਨੇ। ਕਿਉਂ ਹੋ ਜਾਂਦੀਆਂ ਨੇ? ਜਿਵੇਂ ਮੰਨ ਲਓ ਮੈਂ ਕੁੜੀ ਹਾਂ, ਮੈਨੂੰ ਕੋਈ ਦੁੱਖ ਤਕਲੀਫ ਹੋਈ, ਮੈਂ ਬਹੁਤ ਛੇਤੀ ਆ ਕੇ ਤੁਹਾਨੂੰ ਕਹਿ ਦੂੰਗੀ ਹੈ ਨਾ। ਤੇ ਇਹੀ ਚੀਜ਼ ਆ ਵੀ ਜਦੋਂ ਮੰਨ ਲਓ ਵੀ ਕਿਸੇ ਵੀ ਰਿਲੇਸ਼ਨ 'ਚ ਕੋਈ ਪ੍ਰੋਬਲਮ ਆਉਂਦੀ ਹੈ, ਕੁੜੀ ਕੋਲ ਸੱਚੀ ਬਹੁਤ ਆਪਸ਼ਨ ਹੁੰਦੇ ਆ। ਤੁਹਾਡੀਆਂ ਸਹੇਲੀਆਂ ਹੋ ਗਈਆਂ, ਤੁਹਾਡੇ ਮਾਂ ਪਿਓ ਵੀ ਤੁਹਾਨੂੰ ਹਮਦਰਦੀ ਨਾਲ ਦੇਖਦੇ ਨੇ ਇਸ ਚੀਜ਼ ਤੋਂ, ਜਾਂ ਫਿਰ ਮਾਂ ਪਿਓ ਤਾਂ ਛੱਡੋ, ਜਿਹੜੀ ਕੋਰਟ ਕਚਹਿਰੀ 'ਚ ਤੁਸੀਂ ਜਾਂਦੇ ਹੋ ਉੱਥੇ ਵੀ ਪਹਿਲਾਂ ਤੁਹਾਡੀ ਸੁਣਵਾਈ ਆ। ਹਾਂ, ਤੁਹਾਡੀ ਸੁਣਵਾਈ ਆ ਤੇ ਤੁਹਾਨੂੰ ਹਮਦਰਦੀ ਨਾਲ ਦੇਖਿਆ ਜਾਂਦਾ ਹੈ ਨਾ। ਆਪਾਂ ਹਮੇਸ਼ਾ ਕਹਿੰਦੇ ਵੀ ਕੁੜੀ ਦਾ ਘਰ ਟੁੱਟ ਗਿਆ। ਹਾਂ, ਸੋਸ਼ਲੀ ਤੁਸੀਂ ਓਨਾ ਸਿਕਿਉਰ ਨਹੀਂ ਫੀਲ ਕਰਦੇ ਕਿਉਂਕਿ ਸਾਡੀ ਧਾਰਨਾ ਇਹੀ ਆ ਵੀ ਕੁੜੀਆਂ ਦਾ ਇਕੱਲੇ ਰਹਿਣਾ, ਕੁੜੀਆਂ ਦਾ ਇਕੱਲੇ ਜਿਉਣਾ, ਜਾਂ ਕੁੜੀਆਂ ਦਾ ਮਾਪਿਆਂ ਦੇ ਘਰ ਰਹਿਣਾ ਬਹੁਤ ਔਖਾ ਹੈ ਨਾ। ਪਰ ਮੈਂਟਲੀ ਅਸੀਂ ਸਿਕਿਉਰ ਹੁੰਨੇ ਆ ਇੱਕ ਤਰ੍ਹਾਂ ਨਾਲ, ਸਾਨੂੰ ਇੱਕ ਸਪੋਰਟ ਹੁੰਦੀ ਆ, ਮੋਰਲ ਸਪੋਰਟ ਸਾਡੇ ਕੋਲ ਜ਼ਿਆਦਾ ਹੁੰਦੀ ਆ। ਤੇ ਮੁੰਡਿਆਂ ਲਈ ਇਹ ਚੀਜ਼ਾਂ ਵੀ ਨਹੀਂ ਹੁੰਦੀਆਂ। ਮੁੰਡਾ ਕਿਸੇ ਦੋਸਤ ਕੋਲੇ ਵੀ ਜਾ ਕੇ ਰੋਊਗਾ ਤਾਂ ਉਹ ਕਹੂਗਾ ਵੀ ਤੂੰ ਕੀ ਜਨਾਨੀਆਂ ਤਰ੍ਹਾਂ ਰੋਣਾ, ਇਹੀ ਗੱਲ ਕਹੀ ਜਾਂਦੀ ਹੈ। ਜੇ ਮੁੰਡਾ ਆਪਣੀ ਪਤਨੀ ਨਾਲ ਇਮੋਸ਼ਨਲੀ ਅਟੈਚਡ ਆ, ਉਹ ਉਹਨੂੰ ਜਾ ਕੇ ਕਹੂਗਾ ਵੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ, ਜਾਂ ਫਿਰ ਆ ਜਾ ਆਪਾਂ ਸਮਝੌਤਾ ਕਰੀਏ, ਆਪਾਂ ਜ਼ਿੰਦਗੀ ਨੂੰ ਦੁਬਾਰਾ, ਤਾਂ ਫਿਰ ਉੱਥੇ ਔਰਤ ਨੂੰ ਵੀ ਲੱਗਣ ਲੱਗ ਜਾਂਦਾ ਵੀ ਮਤਲਬ ਇਹ ਤਾਂ ਹੁਣ ਗਿੜਗਿੜਾਉਣ ਤੇ ਆ ਗਿਆ ਹੈ ਨਾ। ਉਹ ਵੀ ਨਹੀਂ ਕਰ ਸਕਦਾ ਕਿਉਂਕਿ ਉਹ 'ਚ ਵੀ ਉਹਨੂੰ ਹੇਠੀ ਲੱਗਦੀ ਆ। ਤੇ ਜੇ ਉਹ ਮਾਂ ਪਿਓ ਨੂੰ ਜਾ ਕੇ ਕਹੂਗਾ ਵੀ ਤੁਸੀਂ ਥੋੜ੍ਹਾ ਜਿਹਾ ਐਡਜਸਟ ਕਰ ਲਓ ਵੀ ਮੈਂ ਆਪਣੀ ਘਰ ਵਾਲੀ ਨਾਲ ਰਹਿਣਾ ਚਾਹੁੰਦੇ, ਤਾਂ ਫਿਰ ਉੱਥੇ ਮਾਂ ਪਿਓ ਕਹਿ ਦਿੰਦੇ ਨੇ ਤੂੰ ਜਨਾਨੀ ਥੱਲੇ ਲੱਗਿਆ ਹੋਇਆ। ਮਤਲਬ ਉਹ ਟੌਰਚਰ ਫੇਸ ਨਾ ਕਰਨ ਦਾ ਮਾਰਾ ਮੈਨੂੰ ਲੱਗਦਾ ਵੀ ਆਪਦੇ ਅੰਦਰ ਇੰਨਾ ਕੁਛ ਘੁੱਟ ਲੈਂਦਾ ਵੀ ਜਿਹੜਾ ਸ਼ਾਇਦ ਅਸੀਂ ਦੇਖ ਹੀ ਨਹੀਂ ਸਕਦੇ ਹੈਗੇ। ਇੱਕ ਇਹ ਵੀ ਪਤਾ ਨਹੀਂ ਹੁਣ ਮੈਨੂੰ ਵੀ, ਮੈਂ ਹੋ ਸਕਦਾ ਮੈਂ ਗਲਤ ਵੀ ਹਾਂ, ਇੱਕ ਸਟੱਡੀ ਵੀ ਇਹੀ ਕਹਿੰਦੇ ਵੀ ਜਿਹੜੇ ਹਾਰਟ ਅਟੈਕਸ ਨੇਗੇ ਉਹ ਬੰਦਿਆਂ ਨੂੰ ਜ਼ਿਆਦਾ ਆਉਂਦੇ ਨੇ ਕਿਉਂਕਿ ਕਹਿੰਦੇ ਉਹ ਆਪਣੇ ਐਕਸਪ੍ਰੈਸ਼ਨਸ ਸ਼ੇਅਰ ਨਹੀਂ ਕਰ ਪਾਉਂਦੇ ਹੈਗੇ। ਹੁਣ ਜਿਵੇਂ ਤੁਸੀਂ ਕਿਹਾ, ਮੰਨ ਲਓ ਕਿਸੇ ਮਤਲਬ ਜਨਾਨੀ ਨੂੰ ਕੋਈ ਦੁੱਖ ਤਕਲੀਫ ਆ, ਕਿਸੇ ਭੈਣ ਨੂੰ ਕੋਈ ਦੁੱਖ ਤਕਲੀਫ ਆ, ਉਹ ਸਾਰਿਆਂ ਦੇ ਨਾਲ ਸਾਂਝਾ ਕਰ ਸਕਦੀ ਹੈ ਨਾ, ਪਰ ਉਹ ਬੰਦਾ ਨਹੀਂ ਕਰ ਸਕਦਾ ਹੈਗਾ ਹੈ ਨਾ। ਜਿਵੇਂ ਆਪਾਂ ਕਹਿੰਦੇ ਸੀਗੇ ਵੀ ਬੰਦੇ ਨੂੰ ਤੰਗ ਕਰਨ ਦਾ ਸਭ ਤੋਂ ਸੌਖਾ ਤਰੀਕਾ ਵਾ ਵੀ ਉਹਨੂੰ ਘਰੇ ਤੰਗ ਕਰੀ ਜਾਓ, ਕਿਉਂਕਿ ਉਹਨੇ ਕਿਹੜਾ ਬਾਹਰ ਜਾ ਕੇ ਦੱਸਣਾ ਹੁੰਦਾ ਨਾ। ਆਪਾਂ ਤਾਂ ਚਲੋ ਹਾਸੇ 'ਚ ਗੱਲ ਕਰਦੇ ਸੀਗੇ, ਮੰਨ ਲਓ ਆਪਾਂ ਨੂੰ ਘਰੇ ਕੋਈ ਮਾੜੀ ਮੋਟੀ ਤਕਲੀਫ ਹੁੰਦੀ ਆ, ਆਪਾਂ ਸ਼ੇਅਰ ਕਰ ਲੈਣੇ ਇੱਕ ਦੂਜੇ ਨਾਲ ਕੇ ਨਾ, ਪਰ ਬੰਦੇ ਨਹੀਂ ਕਰਦੇ ਛੇਤੀ ਹੈ ਨਾ। ਸੋ ਉਹ ਜਿਹੜੀ ਘੁੱਟਣ ਅੰਦਰੋਂ ਅੰਦਰੀ ਆਪਦੀਆਂ ਮਜਬੂਰੀਆਂ ਜਾਂ ਆਪਦਾ ਸਾਰਾ ਕੁਛ ਹੈ ਨਾ ਅੰਦਰੋਂ ਅੰਦਰ ਰੱਖ ਕੇ ਰਹਿਣਾ, ਉਹ ਵੀ ਕਿੱਡਾ ਵੱਡਾ ਮੈਂਟਲ ਟੌਰਚਰ ਆ। ਗੁਰਦੀਪ, ਬੰਦੇ 'ਚ ਇੱਕ ਚੀਜ਼ ਹੁੰਦੀ ਆ ਵੀ ਉਹ ਆਪਣਾ ਐਗਰੈਸ਼ਨ ਆ ਜਿਹੜਾ 10 ਮਿੰਟ 'ਚ ਸ਼ੋਅ ਕਰ ਦਿੰਦਾ ਹੈ ਨਾ। ਮੰਨ ਲਓ ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਉਹਨੂੰ ਗੁੱਸਾ ਆਇਆ, ਉਹਦੇ 'ਚ ਵੱਧ ਤੋਂ ਵੱਧ ਇੱਕ ਇਹ ਹਿੰਮਤ ਹੁੰਦੀ ਆ ਵੀ ਜਾਂ ਤਾਂ ਉਹ ਕਿਸੇ ਦੇ ਚਪੇੜ ਮਾਰੂ ਹੈ ਨਾ, ਜਾਂ ਉਹ ਲੜ ਲੂ ਕਿਸੇ ਨਾਲ, ਮਤਲਬ ਖੁੱਲ੍ਹ ਕੇ ਲੜ ਲੂ, ਉਹ ਕਿਤੇ ਲੁੱਕ ਕੇ ਨਹੀਂ ਲੜੂ। ਆਪਾਂ ਔਰਤਾਂ ਦੇ ਵਿਰੁੱਧ ਨਹੀਂ ਹੈਗੇ ਕਿਉਂਕਿ ਅਸੀਂ ਵੀ ਔਰਤਾਂ, ਪਰ ਤੁਹਾਨੂੰ ਪਤਾ ਇੱਕ ਵਾਰੀ ਇੱਕ ਇੰਟਰਵਿਊ 'ਚ ਬਲਦੇਵ ਨੇ ਕਿਹਾ ਸੀਗਾ ਕਿ ਔਰਤ ਮਰਦ 'ਤੇ ਇਸ ਤਰੀਕੇ ਦਾ ਤਸ਼ੱਦਦ ਵੀ ਕਰ ਸਕਦੀ ਆ ਵੀ ਜਿਹਨੂੰ ਨਾਪਣ ਲਈ ਕੋਈ ਮੀਟਰ ਨਹੀਂ ਬਣਿਆ ਹੋਇਆ ਹੈ ਨਾ। ਤੇ ਉਹ ਉਸ ਤਸ਼ੱਦਦ ਨੂੰ ਕਦੇ ਜਾ ਕੇ ਬਾਹਰ ਕਹਿੰਦਾ ਵੀ ਨਹੀਂ। ਕਿਉਂ ਨਹੀਂ ਕਹਿੰਦਾ? ਫਿਰ ਉਹਨੂੰ ਆਪਣੀ ਹੇਠੀ ਮਹਿਸੂਸ ਹੁੰਦੀ ਆ ਵੀ ਜੋ ਕਿਸੇ ਦੋਸਤ ਨੂੰ ਵੀ ਜਾ ਕੇ ਦੱਸੋ ਵੀ ਅੱਜ ਮੇਰੀ ਘਰ ਵਾਲੀ ਨੇ ਮੈਨੂੰ ਆਹ ਚੀਜ਼ਾਂ ਬੋਲੀਆਂ ਜਾਂ ਮੈਂ ਅੱਜ ਆਹ ਸਹਿ ਕੇ ਆਇਆ, ਤਾਂ ਉਹਨੂੰ ਸਾਹਮਣੇ ਵਾਲਾ ਬਹੁਤ ਘੱਟ ਆ ਵੀ ਉਹਨੂੰ ਇਹ ਸਲਾਹ ਦਊਗਾ ਵੀ ਨਹੀਂ ਤੁਸੀਂ ਸਮਝਦਾਰੀ ਨਾਲ ਜਿਉਂ ਹੈ ਨਾ। ਉਹਨੂੰ ਇਹ ਸਲਾਹ ਦਊ ਵੀ ਯਾਰ ਤੂੰ ਸੁਣ ਕੇ ਆ ਗਿਆ ਜਾਂ ਤੂੰ ਛੱਡ ਦੇ ਹੈ ਨਾ, ਤੇਰੀ ਨਹੀਂ ਨਿਭਦੀ ਤੂੰ ਛੱਡ ਪਰਾਂ। ਤੇ ਇਹ ਚੀਜ਼ਾਂ ਕਰਕੇ ਬਹੁਤ ਸਾਰੇ ਬੰਦੇ ਨੇ ਆਪਣੀਆਂ ਚੀਜ਼ਾਂ ਦੂਜਿਆਂ ਨੂੰ ਕਹਿੰਦੇ ਹੀ ਨਹੀਂ, ਤੇ ਉਹਦੇ ਰਿਜ਼ਲਟ ਫਿਰ ਉਹਨਾਂ ਨੂੰ ਫਿਜ਼ੀਕਲ ਵੀ ਝੱਲਣੇ ਪੈਂਦੇ ਆ, ਉਹਨਾਂ ਨੂੰ ਮਾਨਸਿਕ ਵੀ ਝੱਲਣੇ ਪੈਂਦੇ ਆ ਹੈ ਨਾ। ਬਹੁਤ ਸਾਰੇ ਕੇਸ ਆਪਾਂ ਅੱਗੇ ਹੁੰਦਾ ਸੀਗਾ ਵੀ ਸੱਚੀ ਕੁੜੀਆਂ ਨਾਲ ਬਹੁਤ ਕੁਛ ਜ਼ਿੰਦਗੀ 'ਚ ਇਹੋ ਜਿਹਾ ਹੁੰਦਾ, ਔਰਤਾਂ ਨਾਲ ਵੀ, ਉਹਨਾਂ ਨੂੰ ਕਈ ਵਾਰੀ ਉਹਦਾ ਖਮਿਆਜਾ ਸਾਰੀ ਜ਼ਿੰਦਗੀ ਉਹ ਵਿਚਾਰੀਆਂ ਬੇਗੁਨਾਹ ਹੋ ਕੇ ਭੁਗਤਦੀਆਂ ਨੇ ਹੈ ਨਾ। ਪਰ ਹੁਣ ਇੱਕ ਦੂਜਾ ਫੇਸ ਵੀ ਚੱਲ ਪਿਆ, ਉਹ ਇਹ ਆ ਕਿ ਬਹੁਤ ਸਾਰੇ ਮਰਦਾਂ ਨਾਲ ਵੀ ਇਹੋ ਜਿਹਾ ਕੁਛ ਹੋ ਰਿਹਾ ਜਿਹੜਾ ਹਾਲੇ ਤੱਕ ਵੀ ਜਿਹਦੇ ਬਾਰੇ ਗੱਲ ਨਹੀਂ ਹੋ ਰਹੀ ਹੈ ਨਾ। ਜਦੋਂ ਕਿਸੇ ਦਾ ਤਲਾਕ ਹੁੰਦਾ, ਕੁੜੀ ਜਿੰਨੇ ਮਰਜ਼ੀ ਜਿਹੋ ਜਿਹੇ ਵੀ ਮਰਜ਼ੀ ਬਿਆਨ ਲਿਖਾ ਦੇਵੇ,
ਉਹ ਮੰਨੇ ਹੀ ਜਾਂਦੇ ਨੇ। ਬਹੁਤ ਘੱਟ ਇਨਵੈਸਟੀਗੇਸ਼ਨ ਮੈਨੂੰ ਲੱਗਦਾ ਵੀ ਹੁੰਦੀ ਹੋਊ ਵੀ ਜਿਹਦੇ 'ਚ ਕਦੀ ਕੋਈ ਇਹ ਕਹਿੰਦਾ ਹੋਊ ਵੀ ਇੱਥੇ ਜਨਾਨੀ ਝੂਠ ਬੋਲਦੀ ਆ, ਹੈ ਨਾ। ਜਾਂ ਸਾਡਾ ਸਮਝ ਲਓ ਸਾਡੀ ਇੱਕ ਸੋਚ ਹੀ ਐਵੇਂ ਬਣ ਗਈ ਕਿ ਅਸੀਂ ਔਰਤ ਨੂੰ ਜਿੰਨਾ ਚਿਰ ਮਜ਼ਲੂਮ ਨਹੀਂ ਦਿਖਾਵਾਂਗੇ ਉਹਨਾਂ ਚਿਰ ਉਸ ਚੀਜ਼ ਨੂੰ ਸੁਸਾਇਟੀ 'ਚ ਅਪਰੂਵਲ ਨਹੀਂ ਮਿਲਦੀ, ਹੈ ਨਾ। ਤੇ ਬੰਦੇ ਨੂੰ ਕੌਣ ਮਜ਼ਲੂਮ ਦਿਖਾਉਂਦਾ ਫਿਰ? ਜਿੰਨੇ ਤੁਹਾਡੇ ਮਤਲਬ ਇਹ ਤਾਂ ਹੈ ਨਹੀਂ ਵੀ ਕੋਈ ਤਲਾਕ 'ਚ ਕਿਸੇ ਜਨਾਨੀ ਨੂੰ 20 ਲੱਖ ਮਿਲ ਗਿਆ ਉਹਦਾ ਸਾਰੀ ਜ਼ਿੰਦਗੀ ਉਹਦੇ 'ਤੇ ਗੁਜ਼ਾਰਾ ਹੋ ਜਾਊਗਾ, ਪਰ ਫਿਰ ਵੀ ਮੈਨੂੰ ਲੱਗਦਾ ਵੀ ਬੰਦਾ ਉਸ ਟਾਈਮ ਬਹੁਤ ਬੁਰਾ ਫਸਿਆ ਹੁੰਦਾ ਹੈ ਨਾ। ਚਾਹੇ ਤੁਸੀਂ ਦਾਜ ਦਾ ਕੇਸ ਪਾ ਦਿਓ, ਚਾਹੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਪਾ ਦਿਓ। ਹੁਣ ਦੇ ਪ੍ਰੈਜ਼ੈਂਟ ਟਾਈਮ ਦੇ ਬਹੁਤ ਸਾਰੇ ਰਿਲੇਸ਼ਨਸ਼ਿਪ ਇਹੋ ਜਿਹੇ ਨੇ ਜਿਹੜੇ ਮਰਜ਼ੀ ਦੇ ਹੁੰਦੇ ਆ ਤੇ ਬਾਅਦ 'ਚੋਂ ਕਿਸੇ ਹੋਰ ਚੀਜ਼ 'ਚ ਤਬਦੀਲ ਹੋ ਜਾਂਦੇ ਆ, ਤੇ ਉਹਦੇ ਪਿੱਛੇ ਕਈ ਵਾਰੀ ਬਹੁਤ ਸਾਰੇ ਮੁੰਡਿਆਂ ਦੀ ਸਾਰੀ ਉਮਰ ਕਚਹਿਰੀਆਂ 'ਚ ਲੰਘ ਜਾਂਦੀ ਹੈ, ਹੈ ਨਾ। ਚਲੋ ਇਹ ਵੀ ਹੈ ਵੀ ਜਦੋਂ ਤੁਹਾਡਾ ਰਿਲੇਸ਼ਨ ਖਰਾਬ ਹੁੰਦਾ ਤਾਂ ਉਹਦੇ ਵਿੱਚ ਵੀ ਮੁੰਡਾ ਵੀ ਉਨਾ ਹੀ ਸਫਰ ਕਰਦਾ ਜਿੰਨਾ ਕੁੜੀ ਕਰਦੀ ਆ, ਹੈ ਨਾ। ਹੋ ਸਕਦਾ ਬਹੁਤ ਸਾਰੀ ਚੀਜ਼ਾਂ 'ਚ ਮੰਨ ਲਓ ਵੀ ਫਾਈਨੈਂਸ਼ਲੀ ਉਹ ਚਲੋ ਸਿਕਿਉਰ ਹੁੰਦਾ, ਉਹ ਨਹੀਂ ਸਿਕਿਉਰ ਨਹੀਂ ਹੁੰਦੀ ਹੈਗੀ, ਹੈ ਨਾ। ਉਹ ਚੀਜ਼ਾਂ ਵੀ ਹੈਗੀਆਂ ਨੇਗੀਆਂ, ਪਰ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਨਹੀਂ ਹੈਗਾ ਕਿ ਹਰ ਰਿਸ਼ਤੇ ਦੇ ਵਿੱਚ ਕੁੜੀ ਹੀ ਸਫਰ ਕਰਦੀ ਆ ਤਾਂ ਮੁੰਡਾ ਵੀ ਜ਼ਰੂਰ ਕਰਦਾ। ਇੱਕ ਚੀਜ਼ ਹੋਰ ਵੀ ਹੈ, ਚਲੋ ਜਦੋਂ ਕਿਸੇ ਦਾ ਵਿਆਹ ਵਧੀਆ ਚੱਲ ਵੀ ਰਿਹਾ ਹੁੰਦਾ ਹੈ ਨਾ, ਪਰ ਘਰ ਚਲਾਉਣ ਦੀ ਜ਼ਿੰਮੇਵਾਰੀ ਆ ਸਾਰੀ ਮੁੰਡੇ 'ਤੇ ਹੁੰਦੀ ਆ। ਆਪਣੇ ਬਹੁਤ ਘੱਟ ਆ ਆਪਾਂ ਇਹ ਚੀਜ਼ ਤਾਂ ਜ਼ਰੂਰ ਗੱਲ ਕਰਦੇ ਹਾਂ ਕਿ ਅੱਜ ਦਾ ਟਾਈਮ ਉਹ ਨਹੀਂ ਰਿਹਾ ਹੈਗਾ, ਅੱਜ ਤਾਂ ਕੁੜੀ ਵੀ ਬਾਹਰ ਜਾ ਕੇ ਕੰਮ ਕਰਦੀ ਆ, ਸੋ ਘਰ ਦੇ ਕੰਮਾਂ 'ਚ ਬੰਦੇ ਨੂੰ ਹੱਥ ਵਟਾਉਣਾ ਚਾਹੀਦਾ, ਹੈ ਨਾ। ਪਰ ਉਹ ਵੀ ਤਾਂ ਇਹ ਚੀਜ਼ ਕਹਿ ਸਕਦੇ ਨੇਗੇ ਕਿ ਠੀਕ ਆ ਜੇ ਅੱਜ ਦਾ ਟਾਈਮ ਉਹ ਨਹੀਂ ਰਿਹਾ ਹੈਗਾ ਤਾਂ ਮੈਂ ਘਰੇ ਹੱਥ ਵਟਾਉਣਾ ਤੇਰੇ ਨਾਲ ਤੇ ਤੂੰ ਵੀ ਘਰ ਦਾ ਅੱਧਾ ਖਰਚਾ ਚੱਕ, ਨਹੀਂ, ਹੈ ਨਾ। ਬਹੁਤ ਸਾਰੀਆਂ ਕੁੜੀਆਂ ਨੇ ਚਲੋ ਠੀਕ ਆ ਬਹੁਤ ਜ਼ਰੂਰਤ ਲਈ ਵੀ ਜੌਬ ਕਰਦੀਆਂ ਹੋਣਗੀਆਂ, ਬਹੁਤ ਸਾਰੀਆਂ ਘਰ 'ਚ ਸਪੋਰਟ ਕਰਨ ਦੇ ਲਈ ਵੀ ਜੌਬ ਕਰ ਰਹੀਆਂ ਹੋਣਗੀਆਂ, ਪਰ ਬਹੁਤ ਸਾਰੀਆਂ ਕੁੜੀਆਂ ਇੱਦਾਂ ਦੀਆਂ ਨੇ, ਸ਼ਾਇਦ ਆਪਾਂ ਵੀ ਉਹਨਾਂ ਦੇ ਵਿੱਚੋਂ ਆ, ਜਿਹੜੀ ਕਿ ਆਪਦੇ ਸ਼ੌਂਕ ਲਈ, ਹੈ ਨਾ, ਜਾਂ ਫਿਰ ਆਪਣੀ ਇੱਛਾ ਅਨੁਸਾਰ ਕੰਮ ਕਰ ਰਹੇ ਨੇ। ਆਪਣੇ ਤੇ ਘਰ ਵੱਲੋਂ ਕੋਈ ਉਹ ਪਾਬੰਦੀ ਨਹੀਂ ਹੈਗੀ ਕਿ ਤੁਸੀਂ ਹੀ ਜੌਬ ਕਰਨੀ ਹੈ, ਜਾਂ ਜੇ ਮੈਂ ਜੌਬ ਕਰਨੀ ਬੰਦ ਕਰ ਦੂੰ ਤਾਂ ਸਾਡਾ ਘਰ ਖਰਾਬ ਹੋ ਜਾਊਗਾ ਜਾਂ ਅਸੀਂ ਫਾਈਨੈਂਸ਼ਲੀ ਔਖੇ ਹੋ ਜਾਵਾਂਗੇ, ਹੈ ਨਾ। ਪਰ ਇਹ ਦੇਖੋ ਵੀ ਆਪਾਂ ਇਹ ਕਿਸੇ ਲਾਈਫ ਦੇ ਇੱਕ ਸਟੇਜ 'ਤੇ ਜਾ ਕੇ ਇਹ ਵੀ ਡਿਸੀਜਨ ਲੈ ਸਕਦੇ ਹਾਂ ਬੱਚੇ ਹੋਣ ਤੋਂ ਬਾਅਦ, ਜਾਂ ਵੈਸੇ ਵੀ ਹੁਣ ਨਹੀਂ ਮੈਂ ਜੌਬ ਕਰਨੀ ਹੈਗੀ, ਜੋ ਹੁਣ ਮੈਂ ਆਪਦੇ ਕੰਮ ਦੇ ਘੰਟੇ ਘਟਾ ਦੇਵਾਂ, ਹੈ ਨਾ। ਪਰ ਬੰਦਾ ਉਹ ਡਿਸੀਜਨ ਲੈ ਹੀ ਨਹੀਂ ਸਕਦਾ ਕਿਉਂਕਿ ਸਾਰੀ ਉਮਰ ਹੀ ਘਰ ਦੀ ਜ਼ਿੰਮੇਵਾਰੀ, ਬੱਚਿਆਂ ਦੀ ਜ਼ਿੰਮੇਵਾਰੀ, ਫਾਈਨੈਂਸ਼ਲੀ ਜੋ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਉਹ ਪਿਓ ਨੇ ਹੀ ਦੇਖਣੀਆਂ ਹੁੰਦੀਆਂ ਨੇ, ਹੈ ਨਾ। ਤਾਂ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਸਾਡੇ ਕੋਲ ਤਾਂ ਇੰਨੀ ਫਰੀਡਮ ਹੈਗੀ, ਅਸੀਂ ਕਹਿ ਸਕਦੇ ਹਾਂ ਕਿ ਕਿਸੇ ਸਟੇਜ 'ਤੇ ਜਾ ਕੇ ਵੀ ਹੁਣ ਨਹੀਂ ਮੈਂ ਜੌਬ ਕਰਨੀ ਹੈਗੀ ਜਾਂ ਹੁਣ ਮੈਨੂੰ ਮੇਰੇ ਲਈ ਟਾਈਮ ਚਾਹੀਦਾ। ਪਰ ਬੰਦਾ ਕਦੇ ਸਾਰੀ ਉਮਰ ਗੱਲ ਨਹੀਂ ਕਹਿ ਸਕਦਾ ਹੈਗਾ ਵੀ ਹੁਣ ਨਹੀਂ ਮੈਂ ਕੰਮ ਕਰਨਾ ਹੈਗਾ। ਗੁਰਦੀਪ, ਅਸੀਂ ਹਰ ਥਾਂ 'ਤੇ ਬਰਾਬਰੀ ਦੀ ਗੱਲ ਕਰਦੇ ਹਾਂ, ਹੈ ਨਾ। ਅਸੀਂ ਕਹਿੰਦੇ ਹਾਂ ਵੀ ਔਰਤ ਤੇ ਮਰਦ ਬਰਾਬਰ ਹੋਣੇ ਚਾਹੀਦੇ ਆ, ਸੱਚੀ ਔਰਤ ਤੇ ਮਰਦ ਬਰਾਬਰ ਹੋਣੇ ਚਾਹੀਦੇ ਆ, ਹੈ ਨਾ। ਪਰ ਕੁਛ ਕੁ ਚੀਜ਼ਾਂ ਜਿਹੜੀਆਂ ਕੁਦਰਤ ਨੇ ਸਾਨੂੰ ਇੱਕ ਦੂਜੇ ਨਾਲੋਂ ਅਲੱਗ ਦਿੱਤੀਆਂ ਨੇ, ਜੇ ਅਸੀਂ ਉਹਨਾਂ ਨੂੰ ਮੈਚ ਕਰਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਲੱਗਦਾ ਫਿਰ ਉੱਥੇ ਔਰਤ ਵੀ ਕਰੂਪ ਹੋ ਜਾਊਗੀ ਤੇ ਉੱਥੇ ਬੰਦਾ ਵੀ ਖਤਮ ਹੋ ਜਾਊਗੀ। ਬਿਲਕੁਲ, ਹਾਂ। ਮੰਨ ਲਓ ਵੀ ਮੈਂ ਔਰਤ ਹਾਂ, ਮੈਂ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਵੀ ਹਰ ਬੰਦੇ ਨਾਲ ਮਜ਼ਬੂਤ ਹੋ ਸਕਦੀ ਹਾਂ, ਹੈ ਨਾ। ਮੈਂ ਚੀਜ਼ਾਂ ਨੂੰ ਬਹੁਤ ਆਰਾਮ ਨਾਲ ਸਮਝ ਲੂੰਗੀ, ਸੁਲਝਾ ਲੂੰਗੀ। ਬੰਦਾ ਮਾਨਸਿਕ ਤੌਰ ਤੇ ਮੇਰੇ ਜਿੰਨਾ ਮਜ਼ਬੂਤ ਨਹੀਂ ਹੋ ਸਕਦਾ, ਪਰ ਮੈਨੂੰ ਇਹ ਮੰਨ ਕੇ ਚੱਲਣਾ ਪਊਗਾ ਕਿ ਸਰੀਰਕ ਤੌਰ ਤੇ ਮੈਂ ਕਦੇ ਉਹਦੇ ਜਿੰਨੀ ਮਜ਼ਬੂਤ ਨਹੀਂ ਹੋ ਸਕਦੀ। ਹਾਂਜੀ, ਬਿਲਕੁਲ, ਹਾਂ। ਤੇ ਇਹਦਾ ਮਤਲਬ ਸਾਨੂੰ ਦੋਵਾਂ ਨੂੰ ਇੱਕ ਦੂਜੇ ਦੇ ਸਹਾਰੇ ਦੀ ਲੋੜ ਪਊਗੀ ਜ਼ਿੰਦਗੀ 'ਚ, ਤੇ ਪੈਂਦੀ ਵੀ ਆ, ਤੇ ਚੱਲਣਾ ਵੀ ਦੁਨੀਆ ਨੇ ਸਾਡੇ ਦੋਨਾਂ ਦੇ ਤਾਲਮੇਲ ਨਾਲ ਆ। ਪਰ ਅੱਜ ਦੇ ਟਾਈਮ 'ਚ ਅਸੀਂ ਮਰਦ ਨਾਲੋਂ ਅੱਗੇ ਲੰਘਣ ਦੀ ਦੌੜ 'ਚ ਤੇ ਬੰਦਾ ਜਨਾਨੀ ਨਾਲੋਂ ਅੱਗੇ ਲੰਘਣ ਦੀ ਦੌੜ 'ਚ, ਹੈ ਨਾ। ਤੇ ਉਸ ਦੌੜ ਨੇ ਇੱਕ ਇਹੋ ਜਿਹੀ ਚੀਜ਼ ਬਣਾਤੀ ਵੀ ਅਸੀਂ ਚੱਲ ਤਾਂ ਨਾਲ ਨਾਲ ਰਹੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਇੱਕ ਦੂਜੇ ਨੂੰ ਐ ਸ਼ਤਰੰਜ ਦੇ ਦੋ ਘੋੜਿਆਂ ਤਰ੍ਹਾਂ ਹੀ ਦੇਖਦੇ ਹਾਂ, ਹੈ ਨਾ। ਤੇ ਉਸ ਚੀਜ਼ ਨਾਲ ਮੈਨੂੰ ਲੱਗਦਾ ਬਹੁਤ ਵੱਡਾ ਇੱਕ ਗੈਪ ਆ ਜਿਹੜਾ ਉਹ ਇਹਨਾਂ ਤਰੀਕਿਆਂ ਦਾ ਪੈ ਗਿਆ ਵੀ ਜਿੱਥੇ ਅਸੀਂ ਇੱਕ ਦੂਜੇ ਤੇ ਐਲੀਗੇਸ਼ਨ ਲਾਉਣ ਲੱਗੇ ਜਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲੱਗੇ ਸੋਚਦੇ ਨਹੀਂ, ਹੈ ਨਾ। ਜਦੋਂ ਕੋਈ ਕੁੜੀ ਉੱਠ ਕੇ ਬਰਾਬਰੀ ਦੀ ਗੱਲ ਕਰਦੀ ਹੈ ਤਾਂ ਮੁੰਡੇ ਉਹਦੇ ਖਿਲਾਫ ਵੱਡੇ ਵੱਡੇ ਲੇਖ ਲਿਖਦੇ ਨੇ, ਕੁੜੀਆਂ ਮੁੰਡਿਆਂ ਖਿਲਾਫ ਲਿਖਦੀਆਂ ਨੇ, ਔਰਤ ਮਰਦ ਵਾਲਾ ਜਿਹੜਾ ਜੰਗ ਚੱਲਦਾ ਰਹਿੰਦਾ। ਪਰ ਤੁਸੀਂ ਸੋਚੋ ਕਿ ਅਸੀਂ ਕਦੀ ਬਰਾਬਰੀ ਕਰ ਸਕਦੇ ਹਾਂ? ਜੇ ਔਰਤ ਮਰਦ ਦੇ ਬਰਾਬਰ ਹੋ ਕੇ ਚੱਲਣਾ ਚਾਹੁੰਦੀ ਹੈ, ਕੀ ਕਦੀ ਬੱਸ 'ਚ ਬੈਠੀ ਔਰਤ ਨੇ ਕਿਸੇ ਮਰਦ ਨੂੰ ਖੜੇ ਨੂੰ ਕਿਹਾ ਵੀ ਤੂੰ ਬਹਿ ਜਾ ਇੱਥੇ, ਮੈਂ ਤੈਨੂੰ ਸੀਟ ਦਿੰਦੀ ਹਾਂ? ਅਸੀਂ ਹਮੇਸ਼ਾ ਬੰਦੇ ਤੋਂ ਉਮੀਦ ਕਰਦੇ ਹਾਂ, ਹੈ ਨਾ। ਜਿਵੇਂ ਤੁਸੀਂ ਕਿਹਾ ਵੀ ਕਦੀ ਔਰਤ ਇਹ ਕਹਿ ਸਕਦੀ ਹੈ ਵੀ ਚੱਲ ਤੂੰ ਨੌਕਰੀ ਛੱਡ ਦੇ, ਮੈਂ ਕਰ ਰਹੀ ਹਾਂ ਤਾਂ ਘਰ ਦਾ ਗੁਜ਼ਾਰਾ ਚੱਲ ਜੂ, ਹੈ ਨਾ। ਜਾਂ ਫਿਰ ਇੱਕ ਚੀਜ਼ ਇਹ ਆ ਵੀ ਜਿਵੇਂ ਤੁਸੀਂ ਕਿਹਾ ਸੀਗਾ ਕਿ ਮੰਨ ਲਓ
ਜਨਮ ਦਿਨ ਆ, ਮੈਨੂੰ ਅੱਜ ਤੋਹਫਾ ਨਹੀਂ ਮਿਲਿਆ, ਮੈਂ ਪਹਿਲ ਕਰੂੰਗੀ ਵੀ ਜੇ ਮੇਰੇ ਘਰ ਵਾਲੇ ਨੇ ਨਹੀਂ ਦਿੱਤਾ ਚਲ ਮੈਂ ਹੀ ਉਹਨੂੰ ਦੇ ਦਾਂ, ਹੈ ਨਾ। ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਹਮੇਸ਼ਾ ਬੰਦੇ ਤੋਂ ਹੀ ਉਮੀਦ ਕੀਤੀਆਂ ਜਾਂਦੀਆਂ ਨੇ। ਆਪਾਂ ਇਹ ਨਹੀਂ ਕਹਿੰਦੇ ਕਿ ਵਿਆਹ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੁੰਦਾ, ਜੇ ਆਪਾਂ ਵਿਆਹ ਤੋਂ ਪਹਿਲਾਂ ਦੀ ਵੀ ਗੱਲ ਕਰੀਏ ਨਾ, ਆਪਾਂ ਚਲੋ ਕਹਿ ਦਿੰਦੇ ਆ ਵੀ ਕੁੜੀ ਦੇ ਜਨਮ ਤੇ ਕੋਈ ਖੁਸ਼ੀ ਨਹੀਂ ਮਨਾਉਂਦਾ, ਪਰ ਉਹ ਇੱਕ ਮਤਲਬ ਉਹ ਉਸੇ ਟਾਈਮ ਤੇ ਹੁੰਦਾ ਆ ਵੀ ਹਾਂ ਚਲੋ ਕਿਸੇ ਨੇ ਖੁਸ਼ੀ ਨਹੀਂ ਕੀਤੀ ਹੈਗੀ। ਪਰ ਤੁਸੀਂ ਦੇਖਿਆ ਆਪਣੇ ਘਰਾਂ 'ਚ ਆਪਣੇ ਨਾਲ ਵੀ ਤਾਂ ਹੋਇਆ ਕਿ ਜਦੋਂ ਕੁੜੀਆਂ ਵੱਡੀਆਂ ਹੋ ਜਾਂਦੀਆਂ ਨੇ, ਹੈ ਨਾ, ਜਾਂ ਭਰਾ ਜੇ ਉਹਨਾਂ ਨੂੰ ਕੁਛ ਕਹਿੰਦੇ ਵੀ ਨੇ, ਹੈ ਨਾ, ਤਾਂ ਖਾਸ ਤੌਰ ਤੇ ਦਾਦਾ ਦਾਦੀ ਜਾਂ ਫਿਰ ਤੁਹਾਡੇ ਮਾਂ-ਬਾਪ ਜਾਂ ਖਾਸ ਤੌਰ ਤੇ ਜਿਹੜਾ ਧੀ ਆ ਜਿਹੜੀ ਉਹ ਆਪਣੇ ਪਿਓ ਦੇ ਜ਼ਿਆਦਾ ਨੇੜੇ ਹੁੰਦੀ ਹੈ ਨਾ, ਤਾਂ ਉਹ ਕਹਿ ਦੇਣਗੇ ਵੀ ਇਹਨੂੰ ਨਹੀਂ ਕੁਛ ਕਹਿਣਾ, ਤੇਰੇ ਚਿੱਤਰ ਪੈ ਜਾਣਗੇ, ਹੈ ਨਾ। ਜੇ ਕਈ ਵਾਰ ਗਲਤੀ ਕੁੜੀ ਦੀ ਵੀ ਹੁੰਦੀ ਹੈ ਤੇ ਉਹਨੇ ਉਹੀ ਜੇ ਮਾੜਾ ਜਿਹਾ ਰੋ ਕੇ ਕਹਿਤਾ ਵੀ ਵੀਰੇ ਨੇ ਮੈਨੂੰ ਐਂ ਕੀਤਾ ਜਾਂ ਵੀਰੇ ਨੇ, ਤਾਂ ਗਾਲਾਂ ਹਮੇਸ਼ਾ ਮੁੰਡੇ ਦੇ ਹੀ ਪੈਣਗੀਆਂ, ਹੈ ਨਾ। ਤਾਂ ਉਹ ਵੀ ਆ ਕਿ ਠੀਕ ਆ, ਇੱਕ ਸਿਰਫ ਉਹਦੇ ਜਨਮ ਤੇ ਖੁਸ਼ੀ ਮਨਾਈ ਜਾਂਦੀ ਆ, ਪਰ ਲਾਡ ਪਿਆਰ ਆ ਜਿਹੜਾ, ਹੈ ਨਾ, ਜ਼ਿਆਦਾ ਹੱਕ ਨੇ ਜਾਂ ਘਰ 'ਚ ਚੌਧਰ ਦੀ ਗੱਲ ਆ, ਉਹ ਹਮੇਸ਼ਾ ਕੁੜੀ ਦੀ ਹੀ ਹੁੰਦੀ ਆ, ਹੈ ਨਾ। ਚਾਚੇ ਤਾਇਆਂ ਦੇ ਘਰਾਂ 'ਚ ਪਿਆਰ ਸਭ ਤੋਂ ਵੱਧ ਕੁੜੀ ਨੂੰ ਕੀਤਾ ਜਾਂਦਾ, ਹੈ ਨਾ। ਜਦੋਂ ਦਾ ਵਿਆਹ ਹੁੰਦਾ ਤਾਂ ਉਦੋਂ ਵੀ ਉਹ ਚੀਜ਼ਾਂ ਬਾਹਰ ਆਉਂਦੀਆਂ ਨੇ ਵੀ ਹਾਂ ਇਹਦੀ ਸਾਰਿਆਂ ਨਾਲ ਕਿੰਨੀ ਨੇੜਤਾ ਸੀਗੀ। ਦੂਜੀ ਗੱਲ ਤੁਸੀਂ ਇਹ ਵੀ ਦੇਖੋ ਕਿ ਜਿਵੇਂ ਇੱਕ ਨਾ ਫਿਲਮ ਆਈ ਸੀ ਕੀ ਐਂਡ ਕਾ, ਉਹਦੇ ਵਿੱਚ ਉਹ ਮੁੰਡਾ ਘਰ ਸੰਭਾਲਦਾ ਤੇ ਕੁੜੀ ਜੌਬ ਕਰਦੀ ਆ ਨਾ ਜਾ ਕੇ। ਕੀ ਅਸੀਂ ਅੱਜ ਦੀ ਸੁਸਾਇਟੀ ਦੇ ਵਿੱਚ ਇਸ ਚੀਜ਼ ਨੂੰ ਐਕਸੈਪਟੈਂਸ ਜਾਂ ਪ੍ਰਵਾਨਗੀ ਦੇ ਸਕਦੇ ਹਾਂ ਕਿ ਕੁੜੀ ਆ ਜਿਹੜੀ ਉਹ ਬਾਹਰ ਕੰਮ ਕਰ ਰਹੀ ਆ ਤੇ ਮੁੰਡਾ ਘਰੇ ਬੱਚੇ ਦੇਖ ਰਿਹਾ ਵਾ? ਜੇ ਬਹੁਤ 100 ਚੋਂ 1 ਜਾਂ 2 ਕੇਸਿਸ ਇੱਦਾਂ ਦੇ ਹੋਣਗੇ ਜਿਹਦੇ ਵਿੱਚ ਕੁੜੀ ਬਾਹਰ ਕੰਮ ਕਰੇ, ਜਿੱਦਾਂ ਸੁਣਜੀਤ ਹੋਣਾ ਵਾਲੇ ਕੇਸ 'ਚ ਸੀਗਾ ਨਾ, ਵੀ ਬੰਦਾ ਘਰੇ ਰਹਿ ਕੇ ਘਰ ਵੀ ਸੰਭਾਲ ਰਿਹਾ ਤੇ ਬੱਚੇ ਵੀ ਸੰਭਾਲ ਰਿਹਾ, ਉੱਥੇ ਉਹਨੂੰ ਪਤਾ ਕੀ ਸੁਣਨ ਨੂੰ ਮਿਲਦਾ? ਇਹ ਤੀਵੀਂ ਦੀ ਕਮਾਈ ਖਾਂਦਾ। ਹਾਂ ਬਿਲਕੁਲ। ਉਹਨੂੰ ਇਹ ਦਿਖਾਇਆ ਜਾਂਦਾ ਕਿ ਇਹਨੇ ਜ਼ਿੰਦਗੀ 'ਚ ਇਹ ਕਿਤੇ ਬੰਦਿਆਂ 'ਚ ਆਉਂਦਾ, ਇਹ ਕਿਤੇ ਬੰਦਾ, ਹੈ ਨਾ, ਜਿਹੜਾ ਤੀਵੀਂ ਦੀ ਕਮਾਈ ਖਾਂਦਾ। ਸੋ ਉਹ ਕਿਉਂ ਨਹੀਂ ਕਹਿ ਸਕਦਾ ਹੈਗਾ ਵੀ ਘਰ ਮੈਂ ਸੰਭਾਲਦਾ, ਬੱਚੇ ਮੈਂ ਸੰਭਾਲਦਾ ਆ ਤੇ ਬਾਹਰਲਾ ਕੰਮ ਮੇਰੀ ਵਾਈਫ ਕਰ ਦੇਵੇ? ਜਨਾਨੀ ਸਾਰੀ ਉਮਰ ਬੰਦੇ ਦੀ ਕਮਾਈ ਖਾ ਸਕਦੀ ਆ, ਹਨਾ, ਪਰ ਜਦੋਂ ਬੰਦਾ ਨਹੀਂ ਖਾ ਸਕਦਾ ਜਨਾਨੀ ਦੀ ਕਮਾਈ ਖਾਂਦਾ, ਤਾਂ ਮੈਨੂੰ ਲੱਗਦਾ ਵੀ ਲੋਕਾਂ ਨੂੰ ਜੋ ਕੁਝ ਲੋਕਾਂ ਤੋਂ ਉਹਨੂੰ ਸੁਣਨਾ ਪੈਂਦਾ ਉਹੀ ਜਾਣਦਾ ਚਾਹੁੰਦਾ ਰੱਬ ਜਾਣਦਾ ਹੋਏਗਾ ਨਾ। ਮੈਨੂੰ ਲੱਗਦਾ ਫੈਮਿਨਿਜ਼ਮ ਖੜਾ ਹੋਇਆ ਸੀਗਾ, ਇਹ ਕੋਰਿਜ਼ਮ ਖੜਾ ਹੋਣਾ ਚਾਹੀਦਾ। ਬਿਲਕੁਲ। ਹੁਣ ਤੁਸੀਂ ਦੇਖੋ ਗੁਰਦੀਪ, ਅਸੀਂ ਬਹੁਤ ਛੇਤੀ ਮਤਲਬ ਨਿੰਦਦੇ ਆ, ਹਨਾ, ਵੀ ਬੰਦੇ ਤਾਂ ਐ ਹੁੰਦੇ ਆ, ਬੰਦੇ ਤਾਂ ਹੁੰਦੇ ਵੀ ਆ, ਚਲੋ ਬਹੁਤ ਕੁਛ ਆ, ਮੈਂ ਫਿਰ ਵੀ ਕਹਿੰਦੀ ਆ ਆਪਾਂ ਬਰੀ ਨਹੀਂ ਕਰਨੀ, ਆਪਾਂ ਔਰਤਾਂ ਸਹਿਨੇ ਆ ਨਾ ਬਹੁਤ ਸਾਰੀਆਂ ਚੀਜ਼ਾਂ, ਪਰ ਹੁਣ ਆਪਾਂ ਇਸ ਥਾਂ ਤੇ ਕੰਮ ਕਰਦੇ ਆ, ਹਨਾ। ਮੈਨੂੰ ਲੱਗਦਾ ਵੀ ਜਿੰਨੀ ਸਾਫ਼ ਦਿਲ ਨਾਲ ਰਿਸਪੈਕਟ ਤੁਹਾਨੂੰ ਇੱਥੇ ਮੁੰਡੇ ਦਿੰਦੇ ਨੇ, ਉਦੋਂ ਵੱਧ ਪੋਲੀਟਿਕਸ ਕੁੜੀਆਂ ਆਪਸ ਵਿੱਚ ਕਰਦੀਆਂ ਨੇ ਨਾ। ਕਿੰਨਾ ਸੇਫ ਸਾਨੂੰ ਇਹਨਾਂ ਨਾਲ ਜਾਣਾ ਮਹਿਸੂਸ ਹੁੰਦਾ ਨਾ। ਕਦੀ ਤੁਹਾਨੂੰ ਲੱਗਿਆ ਵੀ ਅਸੀਂ ਕਿਤੇ ਜਾ ਰਹੇ ਹਾਂ ਤੇ ਮੇਰੇ ਨਾਲ ਇੱਕ ਹੋਰ ਕੁੜੀ ਹੋਣੀ ਚਾਹੀਦੀ ਸੀਗੀ? ਕਦੇ ਵੀ ਨਹੀਂ ਲੱਗਿਆ, ਹੈ ਨਾ। ਦੂਜੀ ਚੀਜ਼, ਜਦੋਂ ਅਸੀਂ ਬੰਦੇ ਨੂੰ ਕਟਹਿਰੇ 'ਚ ਖੜਾ ਕਰਦੇ ਹਾਂ ਵੀ ਇਹ ਤਾਂ ਐਂ ਹੁੰਦੇ ਨੇ, ਐਂ, ਮੈਨੂੰ ਲੱਗਦਾ ਸਭ ਤੋਂ ਪਹਿਲਾ ਚਿਹਰਾ ਤੁਹਾਨੂੰ ਆਪਣੇ ਭਰਾ ਦਾ ਯਾਦ ਆਉਣਾ ਚਾਹੀਦਾ, ਹੈ ਨਾ, ਵੀ ਬੰਦਿਆਂ 'ਚ ਮੇਰਾ ਇੱਕ ਭਰਾ ਵੀ ਆਉਂਦਾ, ਮੇਰਾ ਇੱਕ ਪਿਓ ਵੀ ਆਉਂਦਾ ਬੰਦਿਆਂ 'ਚ, ਹੈ ਨਾ। ਪਿਓ ਉਹ ਵੀ ਹੁੰਦੇ ਨੇ ਜਿਹੜੇ ਕਰਜ਼ੇ ਚੁੱਕ ਕੇ ਧੀਆਂ ਨੂੰ ਵਿਆਹੁੰਦੇ ਆ ਵੀ ਉਹਨਾਂ ਦਾ ਘਰ ਸੁਖੀ ਵਸੇ। ਕਦੀ ਬਹੁਤ ਘੱਟ ਪਿਓ ਹੋਣਗੇ ਜਿਹੜੇ ਕਰਜ਼ਾ ਚੁੱਕ ਕੇ ਮੁੰਡਾ ਵਿਆਹੁੰਦੇ ਨੇ, ਹੈ ਨਾ। ਤੇ ਉਹੀ ਚੀਜ਼ ਆ ਵੀ ਕੁੜੀਆਂ ਨੂੰ ਪਿਓ ਜਿੰਨੀ ਹਿੰਮਤ ਹੁੰਦੀ ਆ ਓਨਾ ਪੜ੍ਹਾਉਂਦੇ ਆ ਵੀ ਕੱਲ੍ਹ ਨੂੰ ਮੇਰੀ ਧੀ ਦੀ ਬਗਾਨੇ ਘਰ 'ਚ ਕਦਰ ਪਵੇ, ਹੈ ਨਾ। ਫਿਰ ਵੀ ਜੇ ਅਸੀਂ ਮਜ਼ਲੂਮ ਆ, ਮਤਲਬ ਸਿਰਫ ਇੱਕ ਚੀਜ਼ ਤੋਂ ਅਸੀਂ ਮਜ਼ਲੂਮ ਹੈਗੇ ਆ ਵੀ ਹਾਂ ਸਾਡੇ ਤੇ ਕਈ ਵਾਰੀ ਬਹੁਤ ਸਾਰੇ ਇਹੋ ਜਿਹੇ ਸਰੀਰਕ ਜਾਂ ਮਾਨਸਿਕ ਤਸ਼ੱਦਦ ਹੋ ਜਾਂਦੇ। ਨਹੀਂ, ਮੈਨੂੰ ਲੱਗਦਾ ਕਿ ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਅਸੀਂ ਵਿਚਾਰੇ ਆ, ਹੈ ਨਾ, ਕਿਉਂਕਿ ਇਹ ਸਿਚੁਏਸ਼ਨ ਹਰ ਕਿਸੇ ਤੇ ਹੀ ਆ ਸਕਦੀ ਆ, ਹੈ ਨਾ, ਭਾਵੇਂ ਉਹ ਬੰਦਾ ਭਾਵੇਂ ਜਨਾਨੀ। ਤੇ ਫਿਰ ਮੈਨੂੰ ਲੱਗਦਾ ਵੀ ਜੇ ਫਿਰ ਵੀ ਅਸੀਂ ਸਮਝਦੇ ਆ ਵੀ ਬੰਦੇ ਮਾੜੇ ਹੁੰਦੇ ਆ, ਤਾਂ ਫਿਰ ਤਾਂ ਸਾਨੂੰ ਪਿਓ ਭਰਾ ਸਭ ਨੂੰ ਉਸੇ ਲਾਈਨ 'ਚ ਲਿਆ ਕੇ ਖੜੇ ਕਰਨਾ। ਹਾਂ, ਮਾੜੇ ਵੀ ਜਾਂ ਆਪਾਂ ਕਹਿ ਦਈਏ ਕਿ ਇਹਨਾਂ ਦੀ ਜ਼ਿੰਦਗੀ ਜ਼ਿਆਦਾ ਸੌਖੀ ਹੁੰਦੀ ਆ ਜਾਂ ਇਹਨਾਂ ਕੋਲੇ ਜ਼ਿਆਦਾ ਪ੍ਰਿਵਿਲੇਜ ਆ ਲਾਈਫ ਨੂੰ ਜਿਉਣ ਦੇ ਲਈ, ਹੈ ਨਾ, ਉਹ ਚੀਜ਼ ਨਹੀਂ ਆਪਾਂ ਕਹਿ ਸਕਦੇ ਹੈਗੇ। ਤੁਸੀਂ ਗੁਰਦੀਪ, ਤੁਸੀਂ ਘਰ ਬਹੁਤ ਚੰਗੀ ਤਰ੍ਹਾਂ ਸੰਭਾਲਣ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੁੰਦੀ ਆ, ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਾਲਣ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਆ, ਪਰ ਉਹ ਸਾਰਾ ਕੁਝ ਕਰਨ ਲਈ ਜੋ ਚੀਜ਼ਾਂ ਚਾਹੀਦੀਆਂ ਨੇ, ਪੈਸਾ ਤੇ ਸਹੂਲਤਾਂ, ਉਹ ਸਾਰਾ ਬੋਝ ਆ ਜਿਹੜਾ ਬੰਦੇ ਦੇ ਮੋਢਿਆਂ ਤੇ ਹੁੰਦਾ। ਕਦੀ ਬਹੁਤ ਘੱਟ ਹੋਊਗਾ ਵੀ ਕਿਸੇ ਘਰ ਦੀ ਔਰਤ ਨੂੰ ਕਿਹਾ ਜਾਂਦਾ ਹੋਊਗਾ ਵੀ ਆਹ ਚੀਜ਼ ਕਰਨੀ ਆ, ਤੂੰ ਆਪਣੇ ਰਿਸ਼ਤੇਦਾਰਾਂ ਤੋਂ ਪੈਸਾ ਮੰਗ ਕੇ ਲਿਆ, ਹੈ ਨਾ। ਚਲੋ ਜੇ ਕੋਈ 40% ਲੋਕ ਕਹਿੰਦੇ ਵੀ ਹੋਣਗੇ, ਉਹਦੇ ਚੋਂ 60% ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਉਹ ਕਹਿੰਦੇ ਆ ਵੀ ਮੈਂ ਕਰ ਲੂੰਗਾ ਇਹ ਚੀਜ਼, ਹੈ ਨਾ। ਤਾਂ ਮੈਨੂੰ ਲੱਗਦਾ ਵੀ ਜੇ ਸਾਨੂੰ ਕੋਈ ਆਪਣੇ ਮੋਢਿਆਂ ਤੇ ਐਡੀ ਵੱਡੀ ਉਡਾਰ ਦੇ ਰਿਹਾ, ਤਾਂ ਫਿਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ
ਇਗਨੋਰ ਕਰ ਲੈਣਾ ਚਾਹੀਦਾ ਹੈ ਨਾ। ਤੇ ਸੱਚੀ ਉਹਨਾਂ ਵਿਚਾਰਿਆਂ ਮੁੰਡਿਆਂ ਨੂੰ ਮਤਲਬ ਮੁਕਤ ਕਰਨਾ ਹੀ ਚਾਹੀਦਾ ਵੀ ਜਿਹੜਾ ਵਿਆਹ ਤੋਂ ਪਹਿਲਾਂ ਆ ਇੱਛਾ ਨੇ। ਹੁਣ ਤਾਂ ਇੱਕ ਹੋਰ ਇੱਕ ਨਵਾਂ ਟਰੈਂਡ ਚੱਲਿਆ ਵੀ ਜੇ ਕੁੜੀ 40,000 ਵਾਲੀ ਰਿੰਗ ਬਣਾਉਂਦੀ ਆ ਰਿੰਗ ਸੈਰੇਮਨੀ ਤੇ ਮੁੰਡੇ ਨੂੰ ਦੇਣ ਲਈ, ਤਾਂ ਇਹ ਕੰਪੀਟੀਸ਼ਨ ਹੀ ਚੱਲ ਪਿਆ ਇੱਕ ਵੀ ਉਹਨੂੰ 80 ਵਾਲੀ ਬਣਾਉਣੀ ਚਾਹੀਦੀ ਹੈ ਨਾ। ਇਹ ਵੀ ਕਿੱਡਾ ਵੱਡਾ ਟਾਰਚਰ। ਹਾਂ ਵੀ ਮੈਂ 40 ਦੀ ਤਾਂ ਮੈਂ ਬਣਾ ਕੇ ਦੇਤੀ ਸੀਗੀ ਹਨਾ, ਤੇ ਇਹਨੂੰ ਤਾਂ ਵੱਧ ਦੀ ਚਾਹੀਦੀ ਸੀਗੀ। ਬਿਲਕੁਲ। ਤੇ ਇਸ ਲਈ ਮਤਲਬ ਮੈਨੂੰ ਲੱਗਦਾ ਵੀ ਸੱਚੀ ਉਹ ਵੀ ਆਪਣੇ ਥਾਂ ਤੇ ਖੜੇ ਹੋ ਕੇ ਬਹੁਤ ਕੁਝ ਸਹਿ ਰਹੇ ਨੇ। ਜਦੋਂ ਆਪਾਂ ਹਮੇਸ਼ਾ ਬਰਾਬਰਤਾ ਦੀ ਗੱਲ ਕਰਦੇ ਹਾਂ ਤਾਂ ਉਦੋਂ ਫਿਰ ਸਾਨੂੰ ਇਹ ਵੀ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ। ਜਦੋਂ ਅਸੀਂ ਡਿਮਾਂਡ ਕਰਦੇ ਹਾਂ ਕਿ ਅਸੀਂ ਬਾਹਰ ਜਾ ਕੇ ਕੰਮ ਕਰਦੇ ਹਾਂ, ਸਾਡੇ ਲਈ ਘਰ 'ਚ ਹੱਥ ਵਟਾਉਣ ਵਾਲਾ ਬੰਦਾ ਹੋਣਾ ਚਾਹੀਦਾ ਜਾਂ ਇਹਨੂੰ ਵਟਾਉਣਾ ਚਾਹੀਦਾ, ਤਾਂ ਫਿਰ ਬਹੁਤ ਸਾਰੀਆਂ ਘਰ ਦੀਆਂ ਜ਼ਿੰਮੇਵਾਰੀਆਂ, ਘਰ ਚਲਾਉਣ ਦੀ ਜ਼ਿੰਮੇਵਾਰੀ ਆ, ਉਹ ਵੀ ਸਾਨੂੰ ਅੱਧੀ ਅੱਧੀ ਕਰ ਲੈਣੀ ਚਾਹੀਦੀ ਆ, ਹੈ ਨਾ। ਸੋ ਬਰਾਬਰਤਾ ਦੇ ਅਰਥ ਇਹ ਹੋਣਗੇ, ਇਹ ਨਹੀਂ ਹੈਗਾ ਕਿ ਅਸੀਂ ਔਰਤਾਂ ਨੂੰ ਹੀ ਕਹੀ ਜਾਈਏ ਕਿ ਨਹੀਂ ਇਹਨਾਂ ਦੀ ਸੁਣੋ, ਇਹਨਾਂ ਬਾਰੇ ਕੁਛ ਸੋਚੋ ਜਾਂ ਇਹਨੂੰ ਇਹ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ, ਹੈ ਨਾ। ਗੁਰਦੀਪ ਬਿਲਕੁਲ ਦੇਖੋ, ਜ਼ਹਿਰ ਨੂੰ ਮਾਰਦਾ, ਇਹ ਗੱਲਾਂ ਕਿਤਾਬਾਂ 'ਚ ਲਿਖੀਆਂ ਗਈਆਂ ਨੇ, ਹੋ ਸਕਦਾ ਮਾਰਦਾ ਵੀ ਹੋਵੇ, ਸਾਇੰਸ ਵਾਲੇ ਜਾਣਦੇ ਨੇ ਨਾ। ਪਰ ਮੈਨੂੰ ਲੱਗਦਾ ਵੀ ਰਿਸ਼ਤਿਆਂ 'ਚ ਤੁਸੀਂ ਕਿਸੇ ਦੀ ਵੀ ਬਰਾਬਰੀ ਕਰਕੇ ਜਾਂ ਉਹਦੇ ਵਰਗੇ ਹੋ ਕੇ ਰਿਸ਼ਤਾ ਨਹੀਂ ਨਿਭਾ ਸਕਦੇ। ਰਿਸ਼ਤੇ ਇਹੀ ਹੁੰਦੇ ਆ ਵੀ ਕਦੀ ਤੂੰ ਝੁਕ ਲਿਆ, ਕਦੀ ਮੈਂ ਝੁਕ ਲਿਆ, ਹੈ ਨਾ। ਇਹੀ ਦੋਨੋਂ ਚੀਜ਼ਾਂ ਬੰਦੇ ਤੇ ਔਰਤ ਦੇ ਵਿੱਚ ਹੁੰਦੀਆਂ ਨੇ ਵੀ ਨਾ ਕੋਈ ਕੁੜੀ ਮੁੰਡੇ ਨੂੰ ਤੋਲੇ ਤੇ ਨਾ ਮੁੰਡਾ ਕੁੜੀ ਨੂੰ ਮਾਪੇ, ਹੈ ਨਾ। ਤੇ ਫਿਰ ਉਹ ਵੀ ਮੁਕਤ ਰਵੇ ਵੀ ਹਾਂ ਉਹਨੂੰ ਵੀ ਚਾਹ ਹੋਵੇ ਵੀ ਮੇਰਾ ਵਿਆਹ ਹੋਣ ਜਾ ਰਿਹਾ। ਇੱਕ ਨਾ ਆਖਰੀ ਗੱਲ ਸੁਣਾ ਕੇ ਆਪਾਂ ਚਲੋ ਪ੍ਰੋਗਰਾਮ ਖਤਮ ਕਰਦੇ ਹਾਂ। ਵੀ ਜਦੋਂ ਵਿਆਹ ਤੋਂ ਬਾਅਦ ਕੋਈ ਹਸਬੈਂਡ ਆਪਣੀ ਵਾਈਫ ਨੂੰ ਆ ਕੇ ਕਹਿੰਦਾ ਵੀ ਉਹਦੀ ਵਾਈਫ ਬਹੁਤ ਮਾਡਰਨ ਆ, ਉਹ ਮਤਲਬ ਹਰ ਕੰਮ ਇੱਦਾਂ ਕਰ ਲੈਂਦੀ ਆ, ਸੰਭਾਲ ਲੈਂਦੀ ਆ, ਜਨਾਨੀ ਦਾ 3 ਦਿਨ ਮੂੰਹ ਨਹੀਂ ਲੋਟ ਆਉਂਦਾ ਵੀ ਮੈਂ ਜਿਹੋ ਜਿਹੀ ਹੈਗੀ ਆ, ਮੈਂ ਤਾਂ ਇੱਦਾਂ ਦੀ ਓ ਰਹਿਣਾ, ਹੈ ਨਾ। ਵੀ ਤੁਹਾਨੂੰ ਤਾਂ ਹਮੇਸ਼ਾ ਬਾਹਰਲੇ ਬੰਦੇ ਵਧੀਆ ਲੱਗਦੇ ਨੇਗੇ। ਉੱਥੇ ਜੇ ਕਿਤੇ ਔਰਤ ਆ ਕੇ ਕਹਿੰਦੀ ਹੈ ਨਾ ਵੀ ਫਲਾਣੇ ਦਾ ਹਸਬੈਂਡ ਇੱਦਾਂ ਸੈਟਲ ਆ, ਉਹਦਾ ਐਡਾ ਬਿਜ਼ਨਸ ਆ, ਵੀ ਉਹਨਾਂ ਦਾ ਐਡਾ ਘਰ ਆ, ਵੀ ਉਹਨੇ ਤਾਂ ਉਹਨੂੰ ਕਾਰ ਗਿਫਟ ਕਰਤੀ ਜਾਂ ਉਹ ਉਹਨੂੰ ਇੱਦਾਂ ਦੇ ਤੋਹਫੇ ਗਿਫਟ ਕਰਦਾ, ਹੈ ਨਾ। ਉਹ ਕਦੇ ਨਹੀਂ ਕਹਿੰਦਾ ਹੈਗਾ ਵੀ ਤੂੰ ਹਮੇਸ਼ਾ ਬਾਹਰਲੀਆਂ ਗੱਲਾਂ ਆ ਕੇ ਮੇਰੇ ਨਾਲ ਕਰਦੀ ਹੈ ਜਾਂ ਤੂੰ ਹਮੇਸ਼ਾ ਦੂਜਿਆਂ ਦੀਆਂ ਐਗਜ਼ਾਮਪਲਾਂ ਹੀ ਕਾਹਤੋਂ ਮੈਨੂੰ ਦਿੰਦੀ ਹੈ ਨਾ। ਤਾਂ ਉਹਦੇ ਨਾਲ ਅੰਦਰੋਂ ਅੰਦਰ ਇੱਕ ਸੋਚ ਚੱਲ ਪੈਂਦੀ ਆ ਵੀ ਇਹ ਸ਼ਾਇਦ ਇਹਨੂੰ ਵੀ ਇਸੇ ਜ਼ਿੰਦਗੀ ਦਾ ਚਾਅ ਜਾਂ ਸੁਪਨਾ ਆ, ਹੈ ਨਾ, ਜਾਂ ਲੋੜਾ ਵੀ ਇਹ ਚਾਹੁੰਦੀ ਆ। ਤਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਸਾਇਲੈਂਟਲੀ ਪੂਰੀਆਂ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦਾ ਉਸ ਟਾਈਮ। ਇੱਕ ਛੋਟਾ ਜਿਹਾ ਟੈਸਟ ਆ ਗੁਰਦੀਪ, ਆਪਾਂ ਸਾਰੇ ਆਪਣੇ ਘਰਾਂ 'ਚ ਕਰਕੇ ਦੇਖ ਸਕਦੇ ਹਾਂ ਨਾ। ਵੀ ਜੇ ਬੰਦਾ ਆ ਕੇ ਔਰਤ ਨੂੰ ਕਹਿ ਦੂਗਾ ਆਪਣੀ ਘਰ ਵਾਲੀ ਨੂੰ ਵੀ ਦੁਨੀਆ ਦਾ ਸਭ ਤੋਂ ਸਵਾਦ ਖਾਣਾ ਮੇਰੀ ਮਾਂ ਬਣਾਉਂਦੀ ਆ, ਹੈ ਨਾ, ਤਾਂ ਤੁਹਾਡੇ ਅੰਦਰ ਉਹ ਖਾਣਾ ਰਿੱਝਣ ਲੱਗ ਜੂਗਾ। ਤੇ ਜੇ ਜਨਾਨੀ ਚਾਹੇ ਦਿਨ 'ਚ 10 ਵਾਰ ਕਹੇ ਵੀ ਮੇਰੀ ਮੰਮੀ ਬਹੁਤ ਸਵਾਦ ਖਾਣਾ ਬਣਾਉਂਦੇ ਆ, ਮਜਾਲ ਬੰਦਾ ਕੁਸਕ ਜਾਵੇ ਨਾ, ਕਿਉਂਕਿ ਉਹਨੂੰ ਲੱਗਦਾ ਹੁੰਦਾ ਵੀ ਉਹ ਆਪਣੀ ਮਾਂ ਦੀ ਤਾਰੀਫ ਕਰ ਰਹੀ ਆ। ਆਪਾਂ ਨੂੰ ਲੱਗੂਗਾ ਵੀ ਇਹ ਆਪਣੀ ਮਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਰਿਹਾ। ਸਾਡੇ ਘਰੇ ਨਾ ਕੋਈ ਮਿਲਣ ਆਇਆ ਤੇ ਅਸੀਂ ਸਾਰੇ ਰੋਟੀ ਖਾ ਰਹੇ ਸੀਗੇ, ਤੇ ਉਹ ਵੀਰਾ ਰੋਟੀ ਖਾਂਦਾ ਕਹਿੰਦਾ ਵੀ ਅਸੀਂ ਗੱਲਾਂ ਚੱਲ ਰਹੀਆਂ ਖਾਣੇ ਲੈ ਕੇ, ਤੇ ਕਹਿੰਦੇ ਵੀ ਕੁਛ ਚੀਜ਼ਾਂ ਹੁੰਦੀਆਂ ਵੀ ਉਹ ਮੰਮੀ ਦੇ ਹੱਥ ਦੀ ਸਵਾਦ ਲੱਗਦੀਆਂ ਨਾ। ਤੇ ਮੈਂ ਉਹਦੀ ਵਾਈਫ ਵੱਲ ਦੇਖਿਆ, ਮੈਨੂੰ ਲੱਗਿਆ ਸੀ ਵੀ ਇਹਦਾ ਰਿਐਕਸ਼ਨ ਉਲਟ ਆਊਗਾ ਨਾ। ਪਰ ਸਹੀ ਗੱਲ ਆ, ਬਹੁਤ 99% ਇਹੀ ਰਿਐਕਸ਼ਨ ਆਉਣਾ ਸੀ ਜਿਹੜਾ ਤੁਸੀਂ ਕਿਹਾ। ਪਰ ਉਹ ਕੁੜੀ ਕਹਿੰਦੀ ਹਾਂ, ਕਹਿੰਦੀ ਸਹੀ ਗੱਲ ਆ, ਕੁਛ ਚੀਜ਼ਾਂ ਨਾ ਮੰਮੀ ਦੇ ਹੱਥ ਦੀ ਸਵਾਦ ਲੱਗਦੀਆਂ ਨੇਗੀਆਂ। ਆਪਾਂ ਉੱਥੇ ਜਦੋਂ ਕੋਈ ਵੀ ਤੁਹਾਨੂੰ ਗੱਲ ਕਹੀ ਜਾਂਦੀ ਹੈ, ਤੁਹਾਨੂੰ ਲੱਗਦਾ ਕਿ ਤੁਹਾਨੂੰ ਹੀ ਟਾਰਗੇਟ ਕਰਕੇ ਕਹੀ ਹੈ, ਜੋ ਤੁਹਾਡੇ ਤੇ ਅਟੈਕ ਕਰਤਾ ਕਿਸੇ ਨੇ, ਹੈ ਨਾ। ਪਰ ਇਹ ਵੀ ਤਾਂ ਆਪਾਂ ਨੂੰ ਵੀ ਤਾਂ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿਰਫ ਮੰਮੀ ਦੇ ਹੱਥ ਦੀਆਂ ਸਵਾਦ ਲੱਗਦੀਆਂ ਨੇ। ਪਰ ਜਦੋਂ ਕੋਈ ਹਸਬੈਂਡ ਕਹਿੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਮੰਮੀ ਦੇ ਹੱਥ ਦੀਆਂ ਸਵਾਦ ਲੱਗਦੀਆਂ ਨੇ, ਤਾਂ ਸਾਨੂੰ ਲੱਗਦਾ ਵੀ ਅੱਛਾ ਮੇਰਾ ਘਟਾਅ ਹੋ ਗਿਆ, ਮੇਰੀ ਬੇਇੱਜ਼ਤੀ ਇਹ ਤਾਂ ਮੇਰੀ ਬੇਇੱਜ਼ਤੀ ਕਰਤੀਆਂ ਨੇ, ਹੈ ਨਾ। ਆਪਾਂ ਉਹਨਾਂ ਚੀਜ਼ਾਂ ਨੂੰ ਇਸ਼ੂ ਬਣਾ ਲੈਂਦੇ ਹਾਂ। ਹਾਲਾਂਕਿ ਆਪਾਂ ਵੀ ਤਾਂ ਕਹਿ ਸਕਦੇ ਹਾਂ ਵੀ ਹਾਂ ਮੰਮੀ ਦੇ ਹੱਥ ਦਾ ਖਾਣਾ ਜਾਂ ਮੰਮੀ ਨੇ ਜੋ ਚੀਜ਼ਾਂ ਕਈ ਵਾਰ ਬਣਾਉਂਦੇ ਨੇਗੀਆਂ ਵੀ ਹਾਂ ਉਹ ਮੰਮੀ ਦੇ ਹੱਥ ਦੀਆਂ ਸਵਾਦ ਲੱਗਦੀਆਂ ਨੇ। ਬਸ ਮੁੱਕਦੀ ਗੱਲ ਇਹ ਹੈ ਗੁਰਦੀਪ ਵੀ ਸਾਡੇ ਤੇ ਮਾਨਸਿਕ ਤੇ ਸਮਾਜਿਕ ਦਬਾਅ ਹੋ ਸਕਦਾ, ਹੈ ਨਾ, ਹੋ ਸਕਦਾ ਬਹੁਤ। ਪਰ ਮੁੰਡੇ ਤੇ ਬਹੁਤ ਸਾਰੇ ਇਹੋ ਜਿਹੇ ਦਬਾਅ ਵੀ ਨੇ ਜਿਹੜੇ ਅਸੀਂ ਕਦੀ ਸੋਚ ਨਹੀਂ ਸਕਦੇ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਇਹ ਦੁਨੀਆ ਬਹੁਤ ਸੋਹਣੀ ਆ ਤੇ ਇਹਦੇ 'ਚ ਜਿਉਣ ਲਈ ਦੋਨੇ ਭਾਰ ਮੁਕਤ ਹੋਣੇ ਚਾਹੀਦੇ ਆ, ਹੈ ਨਾ। ਅਸੀਂ ਵੀ ਇਹ ਨਾ ਸੋਚੀਏ ਵੀ ਮੈਨੂੰ ਤਾਂ ਕੋਈ ਰਾਜਕੁਮਾਰ ਹੀ ਵਿਆਹੁਣ ਆਊਗਾ ਤੇ ਉਹ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੋ। ਅਸੀਂ ਵੀ ਸੋਚ ਸਕਦੇ ਹਾਂ ਵੀ ਉਹ ਇੱਕ ਆਮ ਇਨਸਾਨ ਹੀ ਆ, ਹੈ ਨਾ। ਤੇ ਇਹੀ ਚੀਜ਼ਾਂ ਮੁੰਡੇ ਨੂੰ ਹੀ ਸੋਚਣੀਆਂ ਚਾਹੀਦੀਆਂ ਵੀ ਮੈਨੂੰ ਕੋਈ ਫਿਲਮ ਹੈ ਹੀਰੋਇਨ ਤਾਂ ਮਿਲਣੋਂ ਰਹੀ, ਹੈ ਨਾ, ਵੀ ਕਾਮ ਹੀ ਮਿਲੂਗੀ ਤੇ ਦੋਵੇਂ ਬਰਾਬਰ ਚੱਲੀਏ ਤਾਂ ਵਧੀਆ ਲੱਗੂ। ਬਿਲਕੁਲ। ਬਸ ਇੱਕ ਆਖਰੀ ਗੱਲ, ਦੇਖੋ ਵਿੱਤੀ ਤੌਰ ਤੇ, ਸਮਾਜਿਕ ਤੌਰ ਤੇ, ਮਤਲਬ ਆਰਥਿਕ ਤੌਰ ਤੇ, ਚਲੋ ਆਪਾਂ ਕਹਿ ਲੈਂਦੇ ਵਿੱਤੀ ਤੌਰ ਤੇ ਨਹੀਂ, ਵੀ ਉਹ ਪੂਰਾ ਤੰਦਰੁਸਤ ਹੋਣਾ ਚਾਹੀਦਾ। ਮੁੰਡਿਆਂ ਤੇ ਇਹ ਵੀ ਪ੍ਰੈਸ਼ਰ ਹੁੰਦਾ ਵੀ ਉਹ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਣ, ਨਹੀਂ ਤਾਂ ਉਹ ਵੀ ਬੜਾ ਮਜ਼ਾਕ ਬਣਦਾ ਉਹਨਾਂ ਦਾ ਵੀ 10 ਕਿਲੋ ਭਾਰ ਨਹੀਂ ਚੱਕ ਹੁੰਦਾ ਹੈ, ਤਾਂ ਕਹਿ ਰਹੀ ਹੱਡੀ ਆ ਇਹ, ਹੈ ਨਾ, ਜਨਾਨੀ ਵਰਗਾ ਸਰੀਰ। ਸੋ ਉਹ ਸਾਰੇ ਪ੍ਰੈਸ਼ਰ ਵੀ
ਮਤਲਬ ਉਹਦੇ ਤੇ ਹੁੰਦੇ ਨੇਗੇ ਜਿਹੜਾ ਸ਼ਾਇਦ ਉਹ ਕਦੇ ਕਹਿ ਨਹੀਂ ਪਾਉਂਦਾ ਪਰ ਉਹਨੂੰ ਸਹਿਣਾ ਜ਼ਰੂਰ ਪੈਂਦਾ ਆ, ਹਨਾ। ਸੋ ਮੈਨੂੰ ਲੱਗਦਾ ਕਿ ਆਪਾਂ ਪ੍ਰੋਗਰਾਮ ਸਮਾਪਤ ਕਰੀਏ, ਹਨਾ। ਤੇ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਉਮੀਦ ਰੱਖਾਂਗੇ ਕਿ ਸਾਡੇ ਵੀਰ ਜਿੰਨੇ ਵੀ ਸਾਨੂੰ ਦੇਖਦੇ ਨੇ, ਪ੍ਰੋਗਰਾਮ ਨੂੰ ਦੇਖਦੇ ਨੇ, ਕਿ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਸੀ ਇਸ ਪ੍ਰੋਗਰਾਮ ਦੇ ਵਿੱਚ ਛੁੱਟ ਗਈਆਂ ਹੋਣ, ਗੱਲ ਕਰਨ ਨੂੰ ਰਹਿ ਗਈਆਂ ਹੋਣ, ਤੇ ਉਹ ਸਾਰੀਆਂ ਚੀਜ਼ਾਂ ਹੋਰ ਕਿਹੋ ਜਿਹੇ ਮਾਨਸਿਕ ਦਬਾਅ ਜਾਂ ਸਮਾਜਿਕ ਦਬਾਅ ਤੁਸੀਂ ਆਪਣੇ ਆਪ ਤੇ ਮਹਿਸੂਸ ਕਰਦੇ ਹੋ ਤਾਂ ਸਾਡੇ ਨੌਲੇਜ ਦੇ ਲਈ ਵੀ, ਸਾਡੀ ਜਾਣਕਾਰੀ ਦੇ ਲਈ ਵੀ ਤੁਸੀਂ ਆ ਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ। ਬਾਕੀ ਭੈਣਾਂ ਵੀ ਆਪਣੀ ਇਸ ਪ੍ਰੋਗਰਾਮ ਤੇ ਜ਼ਰੂਰ ਰਾਏ ਦੇਣ, ਹਨਾ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਨੂੰ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨੀਰੂ, ਕੱਪ ਐਂਡ ਕਿਤਾਬ ਦੀ ਓਨਰ। ਮੇਰਾ ਬੀ ਸੋਸ਼ਲ ਵਾਲਿਆਂ ਨੇ ਇੰਟਰਵਿਊ ਲਿੱਤਾ ਸੀ ਲਾਸਟ ਈਅਰ, ਬਹੁਤ ਅੱਛਾ ਗਿਆ। ਉਸ ਤੋਂ ਪਹਿਲਾਂ ਅਸੀਂ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਕੀਤੀ ਸੀ, ਤੇ ਬੀ ਸੋਸ਼ਲ ਨਾਲ ਜੁੜਨ ਤੋਂ ਬਾਅਦ ਮੈਨੂੰ ਕਾਫੀ ਫਾਇਦਾ ਹੋਇਆ। ਅਬਰੋਡ ਤੋਂ ਈਵਨ ਮੈਨੂੰ ਫੋਨ ਆਉਣ ਲੱਗ ਗਏ ਕਿ ਅਸੀਂ ਤੁਹਾਡੀ ਇੰਟਰਵਿਊ ਦੇਖੀ ਸੀ, ਬੜਾ ਅੱਛਾ ਲੱਗਿਆ, ਜਦੋਂ ਵੀ ਇੰਡੀਆ ਵਿਜ਼ਿਟ ਕਰਾਂਗੇ ਅਸੀਂ ਕੱਪ ਐਂਡ ਕਿਤਾਬ ਜ਼ਰੂਰ ਆਵਾਂਗੇ। ਤਾਂ ਬੀ ਸੋਸ਼ਲ ਨਾਲ ਜੁੜਨ ਕਰਕੇ ਸਾਡੇ ਕੋਲ ਬਹੁਤ ਸਾਰੇ ਸੈਲੀਬ੍ਰਿਟੀਜ਼ ਵੀ ਆਉਣ ਲੱਗ ਗਏ, ਤੇ ਬੜਾ ਅੱਛਾ ਇੱਕ ਸਰਕਲ ਬਣ ਗਿਆ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬਿਜ਼ਨਸ ਹੋਰ ਤਰੱਕੀਆਂ ਕਰੇ ਤਾਂ ਤੁਸੀਂ ਵੀ ਬੀ ਸੋਸ਼ਲ ਨਾਲ ਜੁੜੋ।